ਸਾਵਧਾਨ ਇਕਾਗਰਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਹਿੱਤ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਵਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਇਲਾਕਾ ਨਿਵਾਸੀ ਸਾਧ ਸੰਗ ਜੀਓ, गुरु जी के खास रूप खालसा साध संग जी, आप सारे जानते हो कि माझा किसान मजदूर एकता चल रहे संघर्ष विच सीने की जो जिम्मेवारी है इस नगर विच, जो इत्थे उसारी का कम अबानी जिहड़े ने सैलो प्लांट खोलण का यतन कर रहे सन, उन्होंने रोक बैठे हैं कि जिन्ना चਿਰ साडा फैसला नहीं हुंदा असीं कोई भी सारी किसी नूं नहीं करन देनी। कारपोरेटर नूं लंबे समय तो संघर्ष चल रहे ने, अज इस संघर्ष के समुचे वीरां ने फैसला करके संध्या के दीवान सजाए, श्री गुरु ग्रंथ साहिब के प्रकाश किए, सुंदर पंडाल सजाया, चंगी साउंड का इंतजाम किया, आप जी के सहयोग नाल गुरु के लंगर का इंतजाम किया, होर भी ठंडे जल भी चलते हैं, लोड़ अनुसार मोटरसाइकिल लाने वास्ते जो कुछ भी जिन्ना क प्रबंध सुचज्जा हो सकिया करने का यतन किया गया। रहरास साहब जी के पाठ तो उपरंत अरदास बेनती होने तो बाद हुक्मनामा लैके दीवान की शुरुआत हुई, जिस सब तो पहला इसे नगर नाल संबंधित जो प्रचारक ने वीर जी उन्हें कोर्स किया है इस चीज़ का, उन्हें सब तो पहला शुरुआत की। इस दे नाल नाल निष्काम कीर्तनी जत्था भी अपनी हाजरी पा रहा। बेशक अज जत्थे दे दो थाई समागम ने, पर फिर भी गुरु पातशाह इदा सेवा लेंदे रहन। जत्थे तो चल रहे कीर्तन च थोड़ी देर लई दास नूं आप जी के दर्शन करने का हुक्म होया। पहली बेनती है जिन्हें भी सारे काफ़ी अगे थां है, तकरीबन जिमें आपां करते हुन्ने भी जिहड़े घट पढ़ने वाले बच्चे ने वो पिछे बैठते हैं, इत्थे कोई पेपर नहीं होने, कोई ऐसा कोई थोड़े क्वेश्चन नहीं पुट किए होने भी खड़े होकर दसो थोड़ा बेइज्जती होए। कोशिश करो, अगे काफ़ी थां खाली है, स्टेज इस तरीके की बनाई है भी बिल्कुल स्टेज के नाल भी आके बैठ जाओ
ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਸਾਰੀ ਸੰਗਤ ਦੇ ਖੁੱਲੇ ਦਰਸ਼ਨ ਹੁੰਦੇ ਨੇ। ਸੋ ਮਹਾਰਾਜ ਕਿਰਪਾ ਕਰਨ, ਖਾਸ ਕਰਕੇ ਸਾਨੂੰ ਲੋੜ ਜਵਾਨ ਹੁੰਦੀ ਹੈ ਨੌਜਵਾਨ ਵੀਰਾਂ ਦੀ ਤੇ ਭੈਣਾਂ ਦੀ, ਤਾਂ ਕਿ ਇਹ ਦੇਸ਼ ਦੀ ਕੌਮ ਦੀ ਇਹਨਾਂ ਕੋਲ ਬਾਗਡੋਰ ਆ ਰਹੀ ਹੈ। ਜੇ ਅੱਜ ਤੋਂ ਇਹ ਜਾਗਰੂਕ ਹੋਣਗੇ ਫਿਰ ਤਾਂ ਕੁਛ ਨਾ ਕੁਛ ਕਰਨਗੇ, ਤੇ ਜੇ ਇੱਦਾਂ ਇਹ ਨਸ਼ਿਆਂ 'ਚ ਗਲਤਾਨ ਹੋ ਗਏ, ਫਿਲਮਾਂ ਮਗਰ ਲੱਗ ਕੇ ਆਪਣਾ ਸਾਰਾ ਵਿਰਸਾ ਹੀ ਗਵਾ ਬੈਠੇ, ਤੇ ਫਿਰ ਬੜਾ ਮੁਸੀਬਤ ਹੈ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ, ਜੋ ਲਿਖਿਆ ਹੋਇਆ ਸਮਾਗਮ ਹੈ ਉਹ ਸ਼ੁਰੂਆਤ ਤੋਂ ਹੁਣ ਤੱਕ ਪਹੁੰਚ ਚੁੱਕਿਆ। ਬਾਕੀ ਸਮਾਂ ਗੁਰੂ ਪਾਤਸ਼ਾਹ ਆਪਣੀ ਸੇਵਾ ਲੈਣ ਸੁਚੱਜੀ। ਜਥੇ ਵੱਲੋਂ ਆਪ ਜੀ ਦੇ ਚਰਨਾਂ 'ਚ ਕੁਝ ਕੁ ਬੇਨਤੀਆਂ ਵੀ ਹੁੰਦੀਆਂ ਨੇ, ਉਹ ਵੀ ਨਾਲ ਦੀ ਨਾਲ, ਜਿੱਥੇ ਸਾਨੂੰ ਅੱਜ ਇਹਨਾਂ ਮੋਰਚਿਆਂ 'ਚ ਸਹਿਯੋਗ ਦੀ ਲੋੜ ਹੈ, ਉੱਥੇ ਸਭ ਤੋਂ ਨਾਲ ਸਾਨੂੰ ਆਪਣੀ ਕੌਮ ਦਾ ਫਿਕਰ ਵੀ ਹੋਣਾ ਚਾਹੀਦਾ। ਸਾਨੂੰ ਅੱਜ ਜਿਹੜੇ ਸਾਡੇ ਸਮਾਜ 'ਚ ਨਸ਼ੇ ਵੜ ਚੁੱਕੇ ਨੇ, ਇਹਨਾਂ ਤੋਂ ਵੀ ਸੰਕੋਚ ਹੋਣਾ ਚਾਹੀਦਾ। ਸ਼ਾਇਦ ਇੱਥੇ ਵੀ ਜਿਹੜੇ ਬੰਦੇ ਆਉਂਦੇ ਨੇ ਪਿੰਡਾਂ ਤੋਂ, ਸ਼ਾਇਦ ਉਹਨਾਂ 'ਚ ਵੀ ਕੋਈ ਐਸੇ ਭਰਾ ਆ ਜਾਂਦੇ ਹੁਣ ਜਿਹੜੇ ਵੀ ਚਲੋ ਇੱਥੇ ਬੈਠਣਾ, ਚਲੋ ਨਸ਼ਾ ਪੀ ਕੇ ਬਹਿ ਜੇ। ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਇੱਥੇ ਜੇ ਬੈਠਣਾ ਹੈ, ਜਦੋਂ ਵੀ ਕੋਈ ਸਿੱਖਾਂ ਦਾ ਕੋਈ ਕਿਸੇ ਕਿਸਮ ਦਾ ਕੰਮ ਚੱਲਦਾ, ਅਸੀਂ ਸਾਰੇ ਕੰਮ ਅਰਦਾਸ ਕਰਕੇ ਸ਼ੁਰੂ ਕਰਦੇ ਹਾਂ। ਅਰਦਾਸ ਕਰਨੀ ਹੈ ਗੁਰੂ ਚਰਨਾਂ 'ਚ, ਗੁਰੂ ਦਾ ਭਰੋਸਾ ਰੱਖਣਾ, ਉਹਨਾਂ ਦੀ ਓਟ ਰੱਖਣੀ ਹੈ, ਉਨੀ ਕਾਮਯਾਬੀ ਬਖਸ਼ਣੀ ਹੈ। ਸਾਡੇ 'ਚ ਇੰਨੀ ਲਿਆਕਤ ਨਹੀਂ ਹੈ। ਜਿੱਥੇ ਵੀ ਅਸੀਂ ਮੋਰਚੇ ਲਾਏ ਹੈ, ਜੈਤੋਂ ਦਾ ਮੋਰਚਾ ਲੱਗਿਆ, ਨਨਕਾਣੇ ਦਾ ਮੋਰਚਾ ਲੱਗਿਆ, ਅਸੀਂ ਅਰਦਾਸ ਕਰਕੇ ਗਾਂ ਵਧੇ। ਔਰ ਉਹ ਦਿਨ ਸਨ ਜਿਸ ਦਿਨ ਸਾਡਾ ਅੰਗਰੇਜ਼ ਪਹਿਲਾਂ ਸਾਨੂੰ ਅੰਦਰ ਕਰਦਾ ਸੀ, ਪਹਿਲਾਂ ਸਾਡੇ ਐਡਰੈਸ ਲਿਖਦਾ ਸੀ, ਉਹਨਾਂ ਐਡਰੈਸਾਂ ਵਿੱਚ ਅਸੀਂ ਆਪਣਾ ਐਡਰੈਸ ਦਿੰਦੇ ਸੀ। ਜਿਵੇਂ ਰਣਜੀਤ ਸਿੰਘ, ਤੇ ਉਹ ਸਾਨੂੰ ਪੁੱਛਦਾ ਸੀ ਪਿਤਾ ਦਾ ਨਾਂ ਕੀ ਹੈ, ਅਸੀਂ ਕਹਿੰਦੇ ਸੀ ਪਿਤਾ ਦਾ ਨਾਂ ਗੋਬਿੰਦ ਸਿੰਘ ਹੈ। ਫਿਰ ਉਹ ਸਾਨੂੰ ਪੁੱਛਦਾ ਸੀ ਵੀ ਪਿਤਾ ਦਾ ਨਾਂ ਗੋਬਿੰਦ ਸਿੰਘ ਹੈ ਤੇ ਤੁਹਾਡਾ ਪਿੰਡ ਕੌਣ ਹੈ, ਤੇ ਅਸੀਂ ਕਹਿੰਦੇ ਸਾਡਾ ਪਿੰਡ ਅਨੰਦਪੁਰ ਸਾਹਿਬ ਹੈ। ਜਦੋਂ ਅਸੀਂ ਉਹਨੂੰ ਕਹਿੰਦੇ ਅਨੰਦਪੁਰ ਸਾਹਿਬ ਪਿੰਡ ਦੱਸਦੇ ਸੀ, ਪਿਤਾ ਗੋਬਿੰਦ ਸਿੰਘ ਦੱਸਦੇ ਸੀ, ਕਿਉਂਕਿ ਜਦ ਅਸੀਂ ਕੌਮ ਵਿੱਚ ਸ਼ਮੂਲੀਅਤ ਲੈਂਦੇ ਹਾਂ, ਉਸ ਦਿਨ ਸਾਨੂੰ ਇੱਕ ਧਰਮ ਦਾ ਪਿਓ ਬਣਾਇਆ ਜਾਂਦਾ। ਅੰਗਰੇਜ਼ ਹੈਰਾਨ ਹੋ ਗਿਆ, 100 ਸਿੱਖ ਆ ਰਿਹਾ, 100 ਸਿੱਖ ਦਾ ਨਾਮ ਅਗਰ ਵੀ ਸਿੰਘ ਹੈ, 100 ਸਿੱਖ ਦਾ ਪਿਓ ਵੀ ਗੋਬਿੰਦ ਸਿੰਘ ਹੈ, 100 ਸਿੱਖ ਦਾ ਪਿੰਡ ਵੀ ਅਨੰਦਪੁਰ ਸਾਹਿਬ ਹੈ। ਅੰਗਰੇਜ਼ ਤਾਂ ਹੈਰਾਨ ਹੋ ਗਿਆ। ਅੱਜ ਤੁਹਾਡੇ ਕੋਲ ਚੀਜ਼ਾਂ ਖਤਮ ਹੁੰਦੀਆਂ ਜਾਣੀਆਂ, ਤੁਹਾਨੂੰ ਦੇਹਧਾਰੀ ਪਰੰਪਰਾ ਤੋੜ ਕੇ, ਸ਼ਬਦ ਗੁਰੂ ਤੋਂ ਤੋੜ ਕੇ ਦੇਹਾਂ ਨਾਲ ਜੋੜਿਆ ਜਾ ਰਿਹਾ, ਜਿਹਦੇ ਕਰਕੇ ਤੁਹਾਡੀ ਤਾਕਤ ਖੇਰੋਂ ਖੇਰੂ ਕੀਤੀ ਜਾ ਰਹੀ ਹੈ। ਦੂਸਰੀ ਤੁਹਾਡੀ ਇਹ ਵੀ ਇੱਕ ਸੋਚ ਬੜੀ ਅਜੀਬ ਜੀ ਮੈਂ ਦੇਖਦਾ ਵੀ ਤੁਹਾਡੇ ਪੋਤਰੇ ਇਕੱਲੇ ਹੋਣਗੇ ਦੁਨੀਆ ਤੇ, ਜੇ ਬਚ ਗਿਆ ਤੇ ਇਕੱਲੇ ਹੋਊਗਾ, ਉਹਦੇ ਨਾਲ ਕੋਈ ਮਾਸੀ, ਚਾਚੀ, ਤਾਏ, ਮਾਮੇ, ਤੁਹਾਡਾ ਕੱਖ ਨਹੀਂ ਰਹਿਣਾ। ਤੁਹਾਡਾ ਕੌਮਾਂ ਦੀ ਸੰਸਕ੍ਰਿਤੀ ਬਚਾ ਕੇ ਰੱਖਣੀ ਹੁੰਦੀ ਹੈ, ਸੱਭਿਅਤਾ ਬਚਾ ਕੇ ਰੱਖਣੀ ਹੁੰਦੀ ਹੈ, ਕੌਮਾਂ ਨੂੰ ਅੱਗੇ ਲੈ ਕੇ ਜਾਣਾ ਹੁੰਦਾ। ਪਿਛਲੀਆਂ ਨੇ ਕਿੱਦਾਂ ਇਹ ਕੌਮ ਸਾਡੇ ਤੱਕ ਪਹੁੰਚਾਈ, ਅੱਜ ਅਸੀਂ ਇਹਨੂੰ ਕਿੱਦਾਂ ਰੋਲਣ ਲੱਗੇ ਆ, ਕੱਲ ਨੂੰ ਕਿੱਥੇ ਜਾਵਾਂਗੇ, ਇਹ ਕੁਝ ਗੱਲਾਂ ਹੁੰਦੀਆਂ ਨੇ। ਇੱਕ ਦੇਸ਼ ਪਿਆਰ ਹੁੰਦਾ, ਸਿੱਖਾਂ 'ਚ ਜਾਤੀ ਪਿਆਰ ਨਹੀਂ ਵੀ ਇਹ ਜੱਟ ਨੇ, ਇਹ ਜਾਤੀ ਪਿਆਰ ਸਾਡੇ 'ਚ ਕੱਢਿਆ ਹੋਇਆ। ਸਾਡੇ 'ਚ ਕੌਮੀ ਪਿਆਰ ਹੈ ਵੀ ਅਸੀਂ ਸਿੱਖ ਹਾਂ ਗੁਰੂ ਨਾਨਕ ਪਾਤਸ਼ਾਹ ਦੇ, ਇਹ ਪਿਆਰ ਹੈ ਸਾਡੇ 'ਚ, ਇਹ ਸਾਡੀ ਏਕਤਾ ਦਾ ਸਬੂਤ ਹੈ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿਹਨੂੰ ਇੱਕ ਪਿਓ ਮਿਲਿਆ। 7 ਕੌਮਾਂ ਇਹਦੇ ਨਾਲ ਹੋਰ ਨੇ। ਹਿੰਦੂ ਧਰਮ ਵਿੱਚ ਕਿਸੇ ਦਾ ਧਾਰਮਿਕ ਜਿਹੜਾ ਉਹਨਾਂ ਦਾ ਹੈਗੇ ਨੇ, ਜਿਵੇਂ ਅਵਤਾਰ ਨੇ, ਉਹਨਾਂ ਨੂੰ ਪਿਓ ਦਾ ਦਰਜਾ ਨਹੀਂ ਮਿਲਿਆ। ਈਸਾਈਆਂ ਦੇ ਈਸਾ ਨੂੰ ਪਿਓ ਦਾ ਦਰਜਾ ਨਹੀਂ ਮਿਲਿਆ। ਮੁਸਲਮਾਨਾਂ ਦੇ ਮੁਹੰਮਦ ਸਾਹਿਬ ਨੇ ਪਿਓ ਦਾ ਦਰਜਾ ਨਹੀਂ ਦਿੱਤਾ ਕਿਸੇ ਨੂੰ। ਯਹੂਦੀਆਂ ਦਾ ਮੂਸਾ ਪੈਗੰਬਰ ਹੋਇਆ, ਉਹਨਾਂ ਪਿਓ ਨਹੀਂ ਬਣਿਆ ਕਿਸੇ ਦਾ। ਤੁਹਾਨੂੰ ਸਪੈਸ਼ਲ ਤੌਰ ਤੇ ਤੁਹਾਡੇ ਕੋਲ ਇੱਕ ਪਿਓ ਦਿੱਤਾ। ਪਿਓ ਵੀ ਉਹ ਦਿੱਤਾ ਜਿਹਨਾਂ ਸਾਰਾ ਸਰਵੰਸ ਇਹਨਾਂ ਗੱਲਾਂ ਤੇ ਲਾਤਾ ਹੋਇਆ। ਤੁਸੀਂ ਹੌਲੀ ਹੌਲੀ ਤੁਹਾਨੂੰ ਇਹ ਜਦੋਂ ਕੌਮ ਥੱਲੇ ਸੁੱਟਣੀ ਹੋਏ, ਉਹ ਕੌਮ ਨੂੰ ਨਸ਼ੇ ਦਿੱਤੇ ਜਾਂਦੇ ਨੇ, ਉਹਦੇ 'ਚ ਤੋੜ ਫੋੜ ਕੀਤੀ ਜਾਂਦੀ ਹੈ, ਆਰਥਿਕ ਤੌਰ ਤੇ ਡਾਊਨ ਕੀਤਾ ਜਾਂਦਾ ਕੌਮ ਨੂੰ, ਵਿਦਿਆ ਵਿੱਚ ਉਹਨਾਂ ਨੂੰ ਨਲਾਇਕ ਕੀਤਾ ਜਾਂਦਾ, ਗੰਦਾ ਪ੍ਰਸਾਰਣ ਮੀਡੀਆ ਦਿੱਤਾ ਜਾਂਦਾ, ਗੰਦੇ ਗਾਣੇ ਤੇ ਗੰਦੇ ਅਸ਼ਲੀਲ ਚਰਿੱਤਰਹੀਣ। ਸ਼ਾਇਦ ਆਪ ਜੀ ਨੂੰ ਨਾ ਪਤਾ ਹੋਏ, ਐਸਾ ਸਮਾਂ ਵਾਪਰਿਆ, ਇੱਕ ਵਾਰ ਖਾਲਸਾ ਰਾਜ ਦਾ ਜੋ ਰਾਜਾ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ, ਉਹ ਲਾਹੌਰ ਤੋਂ ਚੱਲ ਕੇ ਆ ਰਿਹਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਰਸ਼ਨ ਮੇਲੇ ਕਰਨ। ਲਾਹੌਰ ਤੋਂ ਜਦੋਂ ਰਸਤੇ 'ਚ ਆਉਣਾ ਸੀ, ਉਹਦੀ ਆਮਦ ਦਾ ਪਤਾ ਲੱਗਿਆ ਕਿ ਫਕੀਰ ਨੂੰ, ਫਕੀਰ ਦਾ ਤਕੀਆ ਸੀ ਉਸ ਰਸਤੇ ਵਿੱਚ ਜਿੱਥੋਂ ਦੀ ਉਹਨਾਂ ਲੰਘਣਾ ਸੀ ਹਾਥੀ ਤੇ।
फकीर ने जाके दरबार में अर्ज की कि बादशाह सलामत मेरी भी बेनती सुनो। मैनू बड़े दुखी होके गल कहनी पैंदी है, जेड़े देश का राजा न्यायकारी ना होए। कल परसों दास नूं बोलना पिया, उत्थे एक वकील की मौत हुई सी, एडवोकेट की। उत्थे भी मेरे भरा वकील बैठे सी काफ़ी। मैं उन्होंने चरणों 'च इहो बेनती की सी कि तुसीं न्याय प्रणाली नाल संबंध रखते हो भारत दी नाल। जिस देश में न्याय ठीक नहीं हो रहा, वो देश के राजे नूं राज छड्डना चाहिए। अदल किया नौशेरवा, गुरु नानक साहब की जन्म साखी च नौशेरवा का जिक्र किया गया। उन्हें अदल किया, किसी गुजरी का दुध के मुंडे ने पी लिया, राजे के मुंडे ने। गुजरी आके फरियादी हुई कि बादशाह सलाम तेरे राज में मेरे नाल धक्का हो रहा। उस बादशाह ने अपने मुंडे नूं पाड़ के उहदियां नसां विचों खून कढ के गुजरी का दुध पूरा कर दिता अपने बच्चे नूं। अज तक उसका नाम चलिया अदल मैंने इंसाफ हुंदा। अदल कीता नौशेरवा। इस करके जे तुसीं अज न्याय प्रणाली विच बैठे हो, जे तुसीं ही ठीक न्याय नहीं कर रहे हो, इन्हां लोकां दा की हालत होगा। और जेड़े देश का मुख प्रधानमंत्री या राष्ट्रपति वो अपने देश में सचेत नहीं है, उन्होंने कदे भी इस अहदे ते नहीं रहना चाहिए। ये सारा मसला बिगड़ गया होया है। ये कलयुग का अति प्रभाव पै चुकिया है दुनिया से, तां इन्ने नशे हो रहे ने। कल आई कुत्ते मुई खाज हुआ मरदार गोसाई, राजे पाप कमाम दे उल्टी बाड़ खेत को खाई। आज तो 500 साल पहले मेरे बुजुर्ग लिखण डे ने एक चीज नूं। इस करके तुसी जागो, जिन्ना चिर तुसी जागोगे ना। मैं तो यह भी बेनती करदा भी औलाद के पक्ष तो जी तुसी तुहाडे सारिਆਂ ਵਿੱਚ एक सोच आ गई भी एक कुड़ी मुंडा ਜਾਂ ਕੱਲੇ ही मुंडा उम्र वाला होए, ਉਹਦਾ ਗਾ ਵਿਆਹ ਹੋਏ, ਉਹਦੇ ਕੋਈ ਨਿਆਣੇ ਹੋਣ, ਪਰ ਇਹ ਗੱਲ ਖਰਾਬ ਹੋ ਜਾਣੀ ਹੈ ਤੁਹਾਡੀ। ਤੁਸੀਂ ਜ਼ਮੀਨਾਂ ਬਚਾਉਣ ਵਾਸਤੇ ਉਹਨਾਂ ਨਾਲ ਮੋਰਚਾ ਲਾਣਦੇ, ਤੁਸੀਂ ਆਪਣੀਆਂ ਜ਼ਮੀਨਾਂ ਆਪ ਬਚਾਉਣ ਜੋਗੇ ਨਹੀਂ ਰਹਿਣਾ। ਉਹਨਾਂ ਦੇ ਮੋਰਚੇ ਦੀ ਲੋੜ ਹੀ ਨਹੀਂ ਰਹਿਣੀ ਤੁਹਾਨੂੰ। ਤੁਹਾਡੀ ਸੰਸਕ੍ਰਿਤੀ ਮੁੱਕ ਜਾਣੀ ਇਸ ਤਰੀਕੇ ਨਾਲ ਜਿੱਦਾਂ ਤੁਸੀਂ ਇੱਕ ਨਿਆਣਾ ਜੰਮਣ ਲੱਗੇ ਆ। इस करके अज तुहानूं बहुत जागण की लोड़ है, मुंडियां नूं अगे आउण की लोड़ है, पढ़ाई में अगे वधण की लोड़ है। मैं बेनती करता जा रहा सी, जदों राजा उत्थों चलिया लाहौर तो फकीर ने बेनती की सी भी जाते जाते मेरे तकीए ते लंघ के जाना, चाहे 5 मिनट लंघ जाओ। राजा न्यायकारी सी, तां असीं कहने भी ऐसा राज चाहिए साडे कोल, चाहे किसी का होए राज, ਉਹਦੇ ਚ ਨਿਆਂ ਜ਼ਰੂਰ ਹੋਣਾ ਚਾਹੀਦਾ। और खास करके गरीबों की तो बहुत खुल के मदद गुरु नानक आए गरीबों ਲਈ है। अज ताइयों तगड़े बंदे ਉਹਦੇ ਨਾਲ जुड़ना नहीं चाहते। ਜਦੋਂ ਉੱਥੋਂ ਲੰਘਦਾ ਆ ਰਿਹਾ रणजीत सिंह ਉਹਦੇ तकीए ਵੱਲ ਜਾਂਦਾ, ਉਹਦੇ तकीए ਤੇ ਜਦੋਂ ਜਾਂਦਾ है तो ਉੱਥੇ एक कंजरी नच रही है, ਉਹਦਾ ਨਾਂ इतिहास ਵਿੱਚ मोहरा लिखिया होया, वो नाच करती है, मुजरा पै रहा। संत बाबा जी भी कहते होंगे सन कि असीं भी जाते होंगे सी ना तकियां ते। इन्हां दे एक इत्थों का कोई जगत सिंह बंदूकिया होया दबुरजी का, ਉਹਦਾ आप जिक्र करते होंगे सी, थोड़ा मदरे करदा सी, दसदे होंगे। वो आंदे ਉਹਦੀ बंदूक चुक के असीं भी तकीए ते चले जाना, उत्थे चंगा तपला बजना, चंगे नाच होने, तमाखू भी चलना बिचे ही, उन्हीं हुक्के पीने। सानू नहीं सी पता भी तमाखू की हुंदा। उस तो बाद जदों 10वें पातशाह की पढ़ी बाणी, पढ़ी साखी, 7 पत्रे तमाखू की निंदिया लिखी पढ़ी, फिर संतां ने कहना शुरू किया भी जिहड़ा जपजी पढ़ेगा उसका जपजी का असर भी मुक जाएगा, जिन्होंने तमाखू का धुआं मिल जाएगा। अज सिखां दे हत्थां 'च तमाखू, मूँह विच तमाखू, भांत भांत दे नशे। जदों वापस आ रहा वो फकीर के तकी ते खलो जाता, हाथी के हौजे ते बैठा है, कंजरी नच रही है। 10 मिनट खड़िया दसदे ने, 10 मिनट बाद उन्हें अपना गल तो हार लाया, हार ला के कंजरी नूं दे दिता। 9 लखा हार सी। अगे आ गया अमृतसर नूं, एक निहंग सिंह दौड़िया घोड़ा दौड़ा के अकाली फूला सिंह नूं कहंदा, अकाली जथेदार साहब
ਉਹ ਅਕਾਲੀ ਫੂਲਾ ਸਿੰਘ ਤਨਖਾਹ ਨਹੀਂ ਸੀ ਲੈਂਦਾ, ਉਹ ਰੰਗਿਆ ਹੋਇਆ ਸੀ ਭਗਤੀ ਵਿੱਚ। ਉਹਦੇ ਚ ਗੁਰੂ ਗੋਬਿੰਦ ਸਿੰਘ ਦੀ ਪੂਰੀ ਜੁਰਤ ਸੀ। ਉਹ ਆ ਕੇ ਕਹਿੰਦਾ ਵੀ ਜਥੇਦਾਰ ਸਾਹਿਬ, ਉਹ ਜਿਹੜਾ ਰਾਜਾ ਬਣਾਇਆ ਉਹ ਕੰਜਰੀ ਦਾ ਮੁਜਰਾ ਦੇਖ ਕੇ ਆਇਆ, ਤੇ ਨਾਲੇ ਉਹਨਾਂ ਨੂੰ ਇੱਕ ਸਾਡੀ ਖਾਲਸਾ ਰਾਜ ਦਾ ਬਹੁਤ ਕੀਮਤੀ ਹਾਰ ਦੇ ਦਿੱਤਾ। ਕੋਈ ਉਹਦੇ ਕਿੰਨਾ ਗੁਣ ਦੇਖਿਆ ਜਿਹਨੂੰ ਹਾਰ ਦੇ ਦਿੱਤਾ ਇਦਾਂ। ਜਦੋਂ ਇਹ ਗੱਲ ਦੱਸੀ, ਕਾਲੀ ਫੂਲਾ ਸਿੰਘ ਨੇ ਉਸੇ ਟਾਈਮ ਨੋਟਿਸ ਦੇ ਦਿੱਤਾ ਕਿ ਰਣਜੀਤ ਸਿੰਘ ਨੂੰ ਕੋਈ ਨਾ ਮਿਲਾਏ, ਫਤਿਹ ਨਾ ਮਿਲਾਏ। ਰਣਜੀਤ ਸਿੰਘ ਨੂੰ ਇਹਦੀ ਜਿਹੜੀ ਦੇਗ ਹੈ ਦਰਬਾਰ ਸਾਹਿਬ 'ਚ ਮਨਜ਼ੂਰ ਨਹੀਂ ਕੀਤੀ ਜਾਏਗੀ। ਰਣਜੀਤ ਸਿੰਘ ਦਾ ਕੋਈ ਵੀ ਪੈਸਾ ਗੁਰੂ ਘਰ 'ਚ ਪ੍ਰਵਾਨ ਨਹੀਂ ਕੀਤਾ ਜਾਏਗਾ। ਇਹ ਲਿਖ ਦਿੱਤਾ, ਸੰਗਤਾਂ ਨੂੰ ਸੰਬੋਧਨ ਕਰ ਦਿੱਤਾ ਵੀ ਉਹਨੂੰ ਕੋਈ ਨਾ ਬੁਲਾਓ। ਜਦੋਂ ਆਉਂਦਾ ਰਣਜੀਤ ਸਿੰਘ ਦਰਬਾਰ ਸਾਹਿਬ, ਸਿੱਧਾ ਪਹਿਲਾਂ ਮੱਥਾ ਟੇਕਣ ਆਉਂਦਾ ਨੰਗੇ ਪੈਰੀ, ਦੇਗ ਲੈ ਕੇ ਆਉਂਦਾ। ਹਜੇ ਤੱਕ ਵੀ ਉਹਦੀ ਦੇਗ ਚੱਲਦੀ ਹੈ ਉੱਥੇ ਅੰਮ੍ਰਿਤ ਵੇਲੇ। ਉਹਨੂੰ ਜਵਾਬ ਦਿੰਦਾ, ਰਸਤੇ 'ਚ ਕੋਈ ਵੀ ਸਿੱਖ ਖੜਾ ਉਹਨੂੰ ਫਤਿਹ ਨਹੀਂ ਬੁਲਾ ਰਿਹਾ, ਮੂੰਹ ਦੂਜੇ ਪਾਸੇ ਕਰ ਰਿਹਾ। ਉਹ ਸੋਚਦਾ ਹੀ ਹੈ ਕਿ ਗੱਲ ਕੀ ਹੋ ਗਈ, ਉਹਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ। ਜਦੋਂ ਪੁੱਛਦਾ ਕਿਸੇ ਨੂੰ ਤੇ ਉਹ ਆਂਦੇ ਵੀ ਜਥੇਦਾਰ ਸਾਹਿਬ ਨੂੰ ਮਿਲੋ, ਅਕਾਲ ਤਖਤ ਦੇ ਜਥੇਦਾਰ ਨੂੰ ਮਿਲੋ, ਪਤਾ ਲੱਗੇਗਾ। ਉਹਦੀ ਦੇਗ ਨਹੀਂ ਪ੍ਰਵਾਨ ਹੋਈ। ਬੜਾ ਮਿਊਟਸਿਆ ਜਥੇਦਾਰ ਸਾਹਿਬ ਕੋਲ ਗਿਆ, ਔਰ ਜਦੋਂ ਤੁਰਦਾ ਸੀ ਕਿਸੇ ਮੁਹਿੰਮ ਤੇ ਸਭ ਤੋਂ ਪਹਿਲਾਂ ਪਾਠ ਸੁਣਦਾ ਸੀ, ਅਰਦਾਸ ਕਰਦਾ ਸੀ, ਫਿਰ ਮੁੰਨ ਤੇ ਤੁਰਦਾ। ਆ ਤੁਹਾਨੂੰ ਮੈਨੂੰ ਕੀ ਦੱਸਾਂ ਮੈਂ ਤੁਹਾਨੂੰ, ਤੁਸੀਂ ਕਿਤੇ ਵਿਆਹ ਤੇ ਵੀ ਜਾਣ ਤਾਂ ਵੀ ਸ਼ਰਾਬ ਦਾ ਪੈਗ ਲੈ ਕੇ ਤੁਰਨਾ, ਤੁਸੀਂ ਕਿੱਥੋਂ ਤੱਕ ਤੁਹਾਡੀ ਹਾਲਤ ਹੋ ਚੁੱਕੀ ਆ। ਪਹਿਲਾਂ ਨਾਈ ਕੋਲ ਜਾਣਾ ਮੁੰਡਿਆਂ ਨਾਲ, ਇਹਨੀ ਕਾਹਦੀ ਅਰਦਾਸ ਕਰਨੀ ਹੈ। ਜਦੋਂ ਆਪਣੇ ਵਿਰਸੇ ਤੋਂ ਤੋੜ ਦਿੱਤਾ ਗਿਆ, ਕੁੜੀ ਨੂੰ ਵਿਆਹਣਾ ਤਾਂ ਉਹਨੂੰ ਪਹਿਲਾਂ ਬਿਊਟੀ ਪਾਰਲਰ 'ਚ ਲੈ ਕੇ ਜਾਣਾ। ਕਾਹਦੀ ਸਿੱਖੀ ਆ ਤੁਹਾਡੇ ਕੋਲ? ਕੀ ਸੋਚੋਗੇ ਇਸ ਕੌਮ ਵਾਸਤੇ? ਕੀ ਪਿਛਲਿਆਂ ਦੀ ਇੱਜ਼ਤ ਆਬਰੂ ਰੱਖੋਗੇ ਕਿ ਪੈਰਾਂ 'ਚ ਰੋਲੋਗੇ? ਤੇ ਕਿੱਧਰ ਚਲੇ ਜਾਓਗੇ ਮਰ ਕੇ? ਅਗਲੀ ਬੇਨਤੀ ਹੈ, ਜਦੋਂ ਪੇਸ਼ ਹੁੰਦਾ ਰਣਜੀਤ ਸਿੰਘ ਆਂਦਾ, ਮੈਂ ਤਾਂ ਨਹੀਂ ਕਹਿ ਸਕਦਾ, ਕਾਣਿਆ ਕੰਜਰੀ ਦਾ ਨਾਚ ਦੇਖਿਆ ਅੱਜ? ਆਂਦਾ ਹਾਂਜੀ। ਆਂਦਾ ਤੂੰ ਇੱਕ ਰਾਜਾ ਹੋਣ ਦੇ ਨਾਤੇ ਕੰਜਰੀ ਦਾ ਨਾਚ ਦੇਖਦਾ, ਕੱਲ ਨੂੰ ਤੇਰੇ ਫੌਜਦਾਰ ਦੇਖਣਗੇ, ਸੂਬੇਦਾਰ ਦੇਖਣਗੇ, ਪਰਸੋਂ ਨੂੰ ਤੇਰੇ ਸਿਪਾਹੀ ਵੀ ਦੇਖਣਗੇ। ਜਿਹੜੇ ਲੋਕ ਕੰਜਰੀਆਂ ਨੱਚਦੀਆਂ ਦੇਖਣ ਲੱਗ ਪਏ, ਉਹ ਲੋਕ ਕਦੇ ਵੀ ਰਾਜ ਭਾਗ ਸੰਭਾਲ ਨਹੀਂ ਸਕਦੇ। ਅੱਜ ਉਸੇ ਦੁੱਖ ਨਾਲ ਕਹਿਣਾ ਪੈਂਦਾ, ਸ਼ਾਇਦ ਅਕਾਲੀ ਫੂਲਾ ਸਿੰਘ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ 100 ਸਾਲ ਤੋਂ ਬਾਅਦ, 150 ਸਾਲ ਤੋਂ ਬਾਅਦ ਸਿੱਖਾਂ ਦੇ ਹਰ ਘਰ 'ਚ ਕੰਜਰੀਆਂ ਨੱਚਣਗੀਆਂ। ਇਹਨਾਂ ਦੇ ਕੁੜੀਆਂ ਖੁਦ ਇਸ ਕੰਮ 'ਚ ਯੋਗਦਾਨ ਪਾਉਣਗੀਆਂ। ਮੌਤ ਭੁੱਲੀ ਹੋਈ ਹੈ, ਪਰਲੋਕ ਭੁੱਲਿਆ ਹੋਇਆ ਹੈ। ਕੌਮੀ ਪਿਆਰ ਕੋਈ ਨਹੀਂ, ਮਾਂ ਪਿਓ ਦਾ ਪਿਆਰ ਕੋਈ ਨਹੀਂ, ਸਤਿਕਾਰ ਕੋਈ ਨਹੀਂ, ਭਰਾ ਦਾ ਪਿਆਰ ਕੋਈ ਨਹੀਂ। ਜਿੱਥੇ ਤੁਹਾਡੀ 'ਚ ਭਾਈਬੰਦੀ ਦੀ ਸਫ਼ ਮਜ਼ਬੂਤ ਕੀਤੀ ਗੁਰੂ ਪਾਤਸ਼ਾਹ ਨੇ, ਥਾਂ ਥਾਂ ਤੇ ਤੁਹਾਡੇ ਡੇਰੇ ਖੁੱਲ ਕੇ ਤੁਹਾਡੀ ਧਰਮ ਦੇ ਨਾਂ ਤੇ ਲੁੱਟ ਖਸੁੱਟ ਹੋ ਰਹੀ ਹੈ, ਤੇ ਤੁਸੀਂ ਇਸੇ ਗੱਲ ਨੂੰ ਧਰਮ ਸਮਝਿਆ ਹੋਇਆ ਵੀ ਅਗਰਾਈ ਦੇ ਦੋ, ਤੇ ਕਦੀ ਕਦੇ ਗੁਰਦੁਆਰੇ ਮੱਥਾ ਟੇਕ ਤੋਂ ਜਾਂਦੇ ਜਾਂਦੇ ਫਿਰ ਝੂਠ ਵੀ ਬੋਲੋ, ਠੱਗੀਆਂ ਵੀ ਮਾਰੋ, ਤੇ ਕਰੈਕਟਰਲੈਸ ਵੀ ਹੋ। ਇਹੀ ਜ਼ਿੰਦਗੀ ਹੈ। ਇਹ ਖਾਣ ਪੀਣ ਵਾਸਤੇ, ਐਸ਼ ਕਰਨ ਵਾਸਤੇ ਮਿਲੀ ਹੈ। ਇਹ ਸੋਚ ਸਿੱਖਾਂ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ ਦੱਸਿਆ ਜਾਂਦਾ ਕਿ ਭਾਈ ਪ੍ਰਾਪਤ ਮਾਨ ਖੁਦੇ ਹੋ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ, ਆ ਤੇਰੀ ਵਾਰੀ ਹੈ। ਕਿਸ ਤਰੀਕੇ ਨਾਲ ਥੱਲਿਆਂ ਤੋਂ ਬੰਦਾ ਤਰੱਕੀ ਕਰਦਾ। ਕਈ ਜਨਮ ਸੈਲ ਗਿਰ ਕਰਿਆ। ਪੱਥਰ ਦੀ ਜੂਨ ਦੱਸੀ ਗੁਰੂ ਪਾਤਸ਼ਾਹ ਨੇ, ਪਹਾੜ ਦੀ ਜੂਨ ਦੱਸੀ, ਬਨਸਪਤੀ ਦੱਸੀ, ਸਾਹਕਾਰ ਪਾਇਆ, ਬਨਸਪਤੀ ਬਣੀ, ਫਿਰ ਪਸ਼ੂ ਬਣੇ, ਫਿਰ ਮਨੁੱਖ ਜੂਨੀ ਮਿਲੀ,
ਤਾਂ ਕਿ ਇਸ ਗੇੜ ਵਿੱਚੋਂ ਨਿਕਲ ਜਾਈਏ। ਮਨੁੱਖ 'ਚ ਅਕਲ ਜ਼ਿਆਦਾ ਹੋਈ, ਪਸ਼ੂ 'ਚ ਅਕਲ 'ਚ ਘੱਟ ਸੀ। ਅੱਜ ਵੀ ਜਿਹੜੇ ਬੰਦੇ 'ਚ ਅਕਲ ਬਿਲਕੁਲ ਘੱਟ ਹੈ ਉਹ ਡੰਗਰਾਂ ਵਰਗਾ ਹੈ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਅਕਲ ਕਿੱਥੋਂ ਲੈਣੀ ਹੈ? ਵਿਦਿਆ ਤੋਂ। ਅਕਲ ਕਿੱਥੋਂ ਲੈਣੀ ਹੈ? ਧਰਮ ਦੇ ਵਿਰਸੇ ਤੋਂ। ਜਦੋਂ ਤੁਸੀਂ ਵਿਦਿਆ ਤੋਂ ਟੁੱਟਣ ਲੱਗੇ ਆ, +2 ਤੁਸੀਂ ਨਕਲਾਂ ਮਾਰ ਕੇ ਕਰਨ ਲੱਗੇ ਆ, ਮੋਬਾਈਲ ਦਾ ਯੁੱਗ ਆ ਗਿਆ, ਕੌਮੀ ਪਿਆਰ ਖਤਮ ਹੋ ਗਿਆ, ਆਪਣੇ ਘਰ ਵਿੱਚ ਵੀ ਪਿਆਰ ਸਤਿਕਾਰ ਖਤਮ ਹੋ ਗਿਆ। ਇਹਦਾ ਮਤਲਬ ਦੇਸ਼ ਤੇ ਕੋਈ ਵੱਡੀ ਵੱਡੀ ਆਫਤ ਆਉਣ ਵਾਲੀ ਹੈ। ਸੋ ਗੁਰੂ ਪਿਆਰਿਓ, ਕੀਰਤਨ ਇਸੇ ਤਰੀਕੇ ਨਾਲ ਚੱਲਣਾ। ਦੂਸਰੀ ਜਗ੍ਹਾ ਵੀ ਇੱਕ ਕੀਰਤਨ ਹੋਣ ਕਰਕੇ ਦਾਸ ਨੂੰ ਉੱਧਰ ਵੀ ਜਾਣਾ ਹੁੰਦਾ। ਤੁਹਾਡੇ ਚਰਨਾਂ 'ਚ ਇੱਕੋ ਬੇਨਤੀ ਹੈ ਵੀ ਤੁਹਾਡੇ ਸਭ ਤੋਂ ਪਹਿਲਾਂ ਕੌਮੀ ਪਿਆਰ ਜਾਗੇ, ਦੇਸ਼ ਪਿਆਰ ਨਾਲ ਨਾਲ ਜਿਹੜੇ ਇਹ ਮਸਲੇ ਨੇ ਸਾਡੇ, ਨਸ਼ਾ ਕਿੱਦਾਂ ਅਸੀਂ ਕੌਮ ਵਿੱਚੋਂ ਕੱਢਣਾ, ਇੱਕੋ ਤਰੀਕਾ ਸੀ। ਉਹ ਤਰੀਕਾ ਸੀ ਗੁਰੂ ਦੇ ਬਚਨਾਂ ਦੀ ਪਾਲਣਾ ਕਰਨੀ, ਜਿਹੜੇ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਸਨ ਕਿ ਸੋਚ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਮੇਰਾ ਉਹ ਮਿੱਤਰ ਹੋਊਗਾ, ਮੇਰਾ ਉਹ ਦੋਸਤ ਹੋਊਗਾ, ਉਹ ਮੇਰਾ ਰਿਸ਼ਤੇਦਾਰ ਹੋਏਗਾ, ਉਹ ਮੇਰਾ ਭਰਾ ਹੋਏਗਾ। ਸਖਾ ਮੈਨੇ ਦੋਸਤ, ਸਿੱਖ ਮੇਰਾ ਸਿੱਖ ਹੋਏਗਾ। ਕੌਣ ਹੋਏਗਾ? ਜੇ ਗੁਰ ਕੇ ਭਾਣੇ ਵਿੱਚ ਆਵੇ। ਭਾਣਾ ਕੀ ਹੈ ਗੁਰੂ ਦਾ? ਪੀਬੋ ਪਹਾੜ ਖੰਡੇ ਦਾ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਤੱਕ ਚਰਨ ਪਹੁਲ ਚੱਲਦੀ ਰਹੀ, ਜਿਹਦੀ ਅਗਵਾਈ ਭਾਈ ਗੁਰਦਾਸ ਜੀ ਭਰਦੇ ਨੇ। ਚਰਨ ਧੋਏ ਰਹਿਰਾਸ ਕਰ ਚਰਨਾਮਿਤ ਸਿੱਖਾਂ ਬੁਲਾਇਆ। ਇਸ ਗੱਲ 'ਚ ਕੋਈ ਅਤ ਕਥਨੀ ਨਹੀਂ ਹੈ। ਗੁਰ ਜੋਤੀ ਇੱਕ ਜੀ 'ਚ ਪ੍ਰਵੇਸ਼ ਕਰਦੀ ਹੈ, ਉਹਨੂੰ ਪਹਿਲਾਂ ਸਿਲੈਕਟ ਕਰਦੇ ਨੇ। ਵੋਟਾਂ ਨਹੀਂ ਪੈਣੀਆਂ ਜਾਂ ਉਹਦਾ ਖਾਨਦਾਨ ਨਹੀਂ ਦੇਖਿਆ ਜਾਂਦਾ ਤੇ ਗੁਰੂ ਦਾ ਮੁੰਡਾ ਹੀ ਗਾਂ ਗੁਰੂ ਬਣੇਗਾ, ਇਹ ਨਹੀਂ ਦੇਖਿਆ ਗਿਆ। ਯੋਗਤਾ ਦੇਖੀ ਗਈ। ਉਸ ਯੋਗਤਾ ਵਿੱਚ ਸਮੇਂ ਸਮੇਂ ਨਾਲ ਜਦੋਂ ਬੀਬੀ ਭਾਨੀ ਨੇ ਵਰ ਮੰਗ ਲਿਆ ਕਿ ਪਿਤਾ ਜੀ ਅੱਗੇ ਤੋਂ ਗੱਦੀ ਜਿਹੜੀ ਹੈ, ਗੁਰਿਆਈ ਹੈ, ਉਹ ਛੋਟੀਆਂ ਦੀ ਛੋਟੀਆਂ ਦੇ ਘਰ 'ਚ ਰਹੇ ਹੁਣ। ਔਰ ਜਿਹੜੇ ਮੇਰੇ ਵੀਰ ਜੀ ਨੇ ਤੁਹਾਡੇ ਨਾਲ ਬਚਨ ਕੀਤੇ ਸਨ, ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਯਤੀਮ ਸਨ, 2 ਭਰਾ ਸਨ, 1 ਭੈਣ ਸੀ, 7 ਸਾਲ ਦੀ ਉਮਰ 'ਚ ਯਤੀਮ ਹੋ ਜਾਣਾ, ਕੰਮ ਸਾਰਾ ਫੇਲ ਹੋ ਜਾਣਾ। ਉਹਦੇ ਨਾਲੇ ਮੈਂ ਇੱਕ ਛੋਟੀ ਜਿਹੀ ਗੱਲ ਜੋੜ ਦਿੰਦਾ ਕਿ ਧੰਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਵਰ ਦਿੱਤੇ। ਜਦੋਂ ਗੁਰੂ ਪਾਤਸ਼ਾਹ ਪਾਣੀ ਦੀ ਗਾਗਰ ਲੈ ਕੇ ਗੋਂਦਵਾਲ ਤੋਂ ਖਡੂਰ ਸਾਹਿਬ ਨੂੰ ਆ ਰਹੇ ਨੇ ਇਸ਼ਨਾਨ ਕਰਾਉਣ ਨੂੰ, ਮੌਸਮ ਬੜਾ ਬੱਦਲਵਾਈ ਦਾ ਹੈ, ਬਿਜਲੀ ਲਿਸ਼ਕ ਰਹੀ ਹੈ, ਥੱਕਾ ਚੱਲ ਰਿਹਾ, ਗਾਗਰ ਭਰੀ ਵਾਪਸ ਆਉਂਦੇ ਨੇ। ਖਡੂਰ ਵਿੱਚ ਹੀ ਜਾਂ ਗੋਂਦਵਾਲ ਵਿੱਚ ਇੱਕ ਜਲਾਇਆਂ ਦੀ ਖੱਡੀ ਆ ਰਹੀ ਹੈ ਰਸਤੇ ਦੇ ਨਾਲ। ਥੋੜਾ ਜਿਹਾ ਹਨੇਰਾ ਹੋਣ ਕਰਕੇ ਖੱਡੀ ਦੇ ਕਿਲੇ ਨਾਲ ਪੈਰ ਵੱਜਦਾ, ਪੈਰ ਵੱਜ ਕੇ ਲੁੜਕ ਜਾਂਦੇ ਨੇ ਗੁਰੂ ਅਮਰਦਾਸ ਸਾਹਿਬ। ਗਾਗਰ ਡਿੱਗਣ ਨਹੀਂ ਦਿੰਦੇ। ਉਹ ਜਲਾ ਪੁੱਛਦਾ ਜਲਾਈ ਨੂੰ ਵੀ ਜਲਾਈਏ ਬਾਹਰ ਖੜਕਾ ਕਾਹਦਾ ਹੋਣ ਡਿਆ? ਤੇ ਜਲਾਈ ਕਹਿਣ ਡਈ ਹੈ ਉਹ ਹੋਣਾ ਅਮਰੂ ਨਥਾਮਾ, ਇਸ ਟਾਈਮ ਹੋਰ ਕੌਣ ਹੋਣਾ ਜਿਹੜਾ ਕੁੜਮਾਂ ਦਾ ਪਾਣੀ ਢੋਣ ਡਿਆ ਵਾਲਾ। ਜਦੋਂ ਇਹ ਗੱਲ ਗੁਰੂ ਅਮਰਦਾਸ ਸਾਹਿਬ ਨੇ ਸੁਣੀ, ਉਹ ਆਂਦੇ ਵੀ ਇਹਨੂੰ ਕਮਲੀ ਨੂੰ ਕੀ ਪਤਾ ਕਿ ਮੈਂ ਤਾਂ ਹੁਣ ਥਾਂ ਵਾਲਾ ਮਸਾਂ ਬਣਿਆ, ਪਹਿਲਾਂ ਤਾਂ ਮੈਂ ਨਥਾਵਾਂ ਸੀ, ਹੁਣ ਮੈਂ ਨਥਾਵਾਂ ਨਹੀਂ ਹੈ। ਅਸੀਂ ਨਥਾਵੇਂ ਆ, ਜਿਨੀ ਹਜੇ ਤੱਕ ਗੁਰੂ ਨਾਲ ਰਿਸ਼ਤਾ ਨਹੀਂ ਜੋੜਿਆ ਉਹ ਨਥਾਵੇਂ। ਉਹੀ ਅਮਰਦਾਸ 22 ਸਾਲ ਗੰਗਾ ਜਾਂਦਾ ਨੇ। ਗੰਗਾ ਜਾਣਾ ਹਿੰਦੂ ਧਰਮ ਦਾ ਮੁੱਖ ਕਰਤੱਵ ਸੀ। ਮਨ ਲੱਗਿਆ ਗੰਗਾ ਜਲ ਦਾ ਪਾਣੀ ਉਹਦੇ ਮੂੰਹ 'ਚ ਪਾਣਾ ਹੈ, ਉਹਨਾਂ ਦਾ ਸਿਸਟਮ ਹਜੇ ਵੀ ਚੱਲਦਾ। 22 ਸਾਲ ਗੰਗਾ ਜਾਣ ਨਾਲ ਗੁਰੂ ਵਾਲਾ ਨਹੀਂ ਬਣਿਆ। ਜਦੋਂ ਗੁਰੂ ਵਾਲਾ ਨਹੀਂ ਬਣਿਆ, ਧਰਮ ਦੇ ਕੰਮ ਜਿੱਦਾਂ ਤੁਸੀਂ ਕਰੀ ਜਾਂਦੇ, ਕਿਤੇ ਸਾਲ ਬਾਅਦ ਇੱਕ ਤਾਂ ਅਖੰਡ ਪਾਠ ਪੜ੍ਹਾ ਲਿਆ, ਕਿਤੇ ਕਿਸੇ
ਗੁਰਦੁਆਰੇ ਜਾਏ, ਉੱਥੇ 10 ਰੁਪਏ ਦੀ ਦੇ ਕਰਾਤੀ, ਕਿਤੇ ਸੰਗਰਾਂਦ ਵਾਲੇ ਦਿਨ ਦੇ ਕਰਾ ਲਈ, ਕਿਤੇ ਲੰਗਰ ਵਿੱਚ ਪੈਸੇ ਪਾ ਦਿੱਤੇ। ਇਹ ਹੈ ਤੁਹਾਡੇ ਧਰਮ, ਜਿਹੜਾ ਸ਼ੁਰੂ ਵੀ ਨਹੀਂ ਕੀਤਾ ਤੁਸੀਂ ਪੂਰਾ ਕਰ ਦਿੱਤਾ। ਇੰਨੀ ਗੱਲ 'ਚ ਧਰਮ ਸ਼ੁਰੂ ਹੋਣਾ ਸੀ ਜਿੱਦਣ ਗੁਰੂ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਗੁਰੂ ਵਾਲੇ ਬਣਨਾ ਸੀ, ਉਦੋਂ ਤੋਂ ਨਵਾਂ ਜੀਵਨ ਮਿਲਣਾ ਸੀ। ਇਸ ਕਰਕੇ ਜਦੋਂ ਅਮਰਦਾਸ 22 ਸਾਲ ਯਾਤਰਾ ਕਰਦੇ ਕਰਦੇ 22ਵਾਂ ਸਾਲ ਜਾ ਰਿਹਾ, ਇੱਕ ਥਾਂ ਤੇ ਉਹਨਾਂ ਨਾਲ ਇੱਕ ਰਸਤੇ ਵਿੱਚ ਪੈਦਲ ਚੱਲਦੇ ਸਨ ਲੋਕ, ਉਦੋਂ ਗੱਡੀਆਂ ਨਹੀਂ ਸੀ। ਮੈਂ ਤਾਂ ਹੁਣ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਪਿੱਛੇ ਹਟ ਜਾਓ, 60 ਸਾਲ ਪਿੱਛੇ ਚਲੇ ਜਾਓ, ਫਿਰ ਕੋਈ ਚੀਜ਼ ਵੱਧਦੀ ਹੈ, ਵੱਧ ਕੇ ਕਿਸੇ ਹੱਦ ਤੱਕ ਵੱਧਦੀ ਹੈ, ਇਹ ਨਹੀਂ ਵੀ ਵੱਧਦੀ ਉੱਪਰ ਜਾ ਕੇ ਚੜ ਜੂਗੀ। ਪਹਿਲਾਂ ਚੀਜ਼ਾਂ ਵੱਧਦੀਆਂ ਨੇ, ਫਿਰ ਚੀਜ਼ਾਂ ਥੱਲੇ ਆ ਜਾਂਦੀਆਂ ਨੇ, ਫਿਰ ਉੱਪਰ ਵਧਣਾ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਹੁਣ ਤੁਸੀਂ ਜਿੱਥੋਂ ਤੱਕ ਵਧਣਾ ਮੈਨੂੰ ਲੱਗਦਾ ਵਧੀਆ ਕਾਫੀ। ਤੁਸੀਂ ਗੱਡੀਆਂ ਰੱਖ ਲਈਆਂ, ਮੋਟਰਸਾਈਕਲ ਰੱਖ ਲਏ, ਕੋਠੀਆਂ ਪਾ ਲਈਆਂ, ਨਿਆਣਾ ਇੱਕ ਇੱਕ ਤੁਹਾਡੇ ਘਰਾਂ 'ਚ ਕੋਠੀ, ਤੁਹਾਡੀ 6-6 7-7 ਕਮਰੇ ਪਏ ਹੋਏ ਨੇ, 2-2 ਕੋਠੀਆਂ ਵੀ ਹੈ। ਮੇਰੇ ਕੋਲ ਐਸੇ ਬੰਦੇ ਨੇ ਜਿਨ੍ਹਾਂ ਦੀਆਂ 3 ਕੋਠੀਆਂ ਨੇ। ਮੋਹਾਲੀ 'ਚ ਵੀ ਕੋਠੀ, ਆਪ ਐਸਡੀਓ, ਘਰ ਦੀ ਟੀਚਰ ਲੱਗੀ ਵੀ। ਮੇਰਾ ਕੋਲ ਐਸਾ ਬੰਦਾ ਵੀ ਆਇਆ ਜਿਹੜਾ ਆਪ ਡਿਪਟੀ ਡਾਇਰੈਕਟਰ, ਘਰ ਦੀ ਸਟਾਫ ਨਰਸ, ਮੁੰਡਾ ਇੱਕ ਜੰਮਿਆ, 21 ਸਾਲ ਦੇ ਮੁੰਡੇ ਨਾਲ ਫਾਹ ਲੈ ਕੇ ਮਰ ਗਿਆ। ਹੁਣ ਟੈਸਟ ਟਿਊਬ ਵੀ ਤਿਆਰ ਹੋਣ ਡਿਆ। ਇਹ ਹਾਲਾਤ ਹੈ ਤੁਹਾਡੀ। ਮੈਨੂੰ ਕੋਈ ਦੁੱਖ ਨਹੀਂ, ਇੱਕੋ ਹੋਏ ਪਰ ਵਿਆਹ ਚੰਗਾ, ਮਾਂ ਪਿਓ ਦਾ ਸੇਵਾਦਾਰ ਹੋਏ, ਨਸ਼ਿਆਂ ਵਿੱਚ ਨਾ ਜਾਏ, ਸਿੱਖੀ 'ਚ ਪਰਪੱਕ ਹੋਏ, ਉਹਦਾ ਸ਼ਾਦੀ ਹੋ ਗਈ, ਉਹਦੇ ਗਾਂ 2-3 ਨਿਆਣੇ ਹੋਣ, ਤੇ ਫਿਰ ਤਾਂ ਉਹ ਇੱਕ ਹੈ। ਤੇ ਜੋ ਸਮੈਕ ਵਿੱਚ ਆ ਗਿਆ, ਇੱਕ ਸ਼ਰਾਬ ਵਿੱਚ ਆ ਗਿਆ, ਉਹ ਕਰੈਕਟਰਲੈਸ ਹੋ ਗਿਆ, ਤੇ ਮਾਂ ਨੂੰ ਕਿਹਨਾਂ ਪੁੱਛਣਾ ਤੇ ਪਿਓ ਨੂੰ ਕਿਹਨਾਂ ਪੁੱਛਣਾ। ਹਰ ਕੌਮ ਨੂੰ ਕੁਆਂਟੀਟੀ ਐਂਡ ਕੁਆਲਿਟੀ ਦੀ ਲੋੜ ਹੁੰਦੀ ਹੈ। ਉਹ ਇੱਥੇ ਆ ਜਾਓ ਮੁੰਡਿਓ, ਇੱਥੇ ਆ ਜਾਓ, ਇੱਥੇ ਕਿਉਂ ਆ ਜਾਓ, ਇੱਥੇ ਆਓ, ਕਿਸੇ ਨੂੰ ਕਿਉਂ ਜਾਂਦੇ, ਇੱਧਰ ਆਓ, ਆ ਇੰਨਾ ਕਿੰਨਾ ਥਾਂ ਖਾਲੀ ਪਿਆ। ਕੁਆਂਟੀਟੀ ਐਂਡ ਕੁਆਲਿਟੀ ਦੀ ਲੋੜ ਹੁੰਦੀ ਹੈ। ਗਿਣਤੀ 'ਚ ਤੁਸੀਂ ਸਿੱਖ ਕਿੰਨੇ ਆ, ਇਹ ਹੁੰਦੀ ਕੁਆਂਟੀਟੀ। ਕੁਆਲਿਟੀ ਤੁਸੀਂ ਸਾਰੀ ਸਿੱਖ ਹੋ। ਜਿੱਦਾਂ 50 ਦੇਸ਼ ਮੁਸਲਮਾਨਾਂ ਦੇ ਬਣੇ ਆ, ਤੁਸੀਂ ਅੱਜ ਤੱਕ ਸਿੱਖੋ ਇੱਕ ਪਿੰਡ ਨਹੀਂ ਸਿੱਖਾਂ ਦਾ ਬਣਾਇਆ ਜਿਹਦਾ 'ਚ ਸਾਰੇ ਲੋਕ ਕਹਿੰਦੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਪਿੰਡ ਦੇ ਗੁਰਦੁਆਰੇ ਤੋਂ ਬਿਨਾਂ ਕਿਸੇ ਕਬਰ ਤੇ ਨਾ ਜਾਂਦੇ ਹੋਣ, ਮੜੀ ਤੇ ਨਾ ਜਾਂਦੇ ਹੋਣ, ਕਿਸੇ ਬਾਬੇ ਕੋਲ ਨਾ ਜਾਂਦੇ ਹੋਣ ਜਿਹੜੇ ਤੁਹਾਨੂੰ ਧਾਗੇ ਤਵੀਤ ਦਿੰਦੇ ਨੇ, ਜੰਤਰ ਮੰਤਰ ਟੂਣੇ ਟਮਾਣੇ ਕਰਦੇ ਨੇ, ਜਿਹੜੇ ਤੁਹਾਨੂੰ ਲੁੱਟਦੇ ਨੇ। 22 ਸਾਲ ਦੀ ਸਫ਼ਰ ਤੋਂ ਬਾਅਦ ਇੱਕ ਮਿਲਦਾ ਬ੍ਰਹਮਚਾਰੀ, ਉਹ ਪੁੱਛ ਲੈਂਦਾ, ਅਮਰਦਾਸ ਤੇਰਾ ਸੁਭਾਅ ਬੜਾ ਚੰਗਾ ਹੈ, ਤੇਰੇ ਬੋਲਣ ਵਿੱਚ ਹਲੀਮੀ ਹੈ, ਸਾਡੀ ਤਾਂ ਬੋਲਣ ਵਿੱਚ ਵੀ ਹਲੀਮੀ ਨਹੀਂ ਹੈ, ਤੂੰ ਬੜੀ ਮਿਠਾਸ ਨਾਲ ਬੋਲਦਾ, ਤੂੰ ਸੇਵਾ ਬੜੀ ਕਰਦਾ, ਤੂੰ ਰਾਮ ਰਾਮ ਵੀ ਕਰਦਾ ਰਹਿਣਾ, ਤੇਰਾ ਗੁਰੂ ਕੌਣ ਹੈ? ਤੇ ਅਮਰਦਾਸ ਕਹਿੰਦੇ ਨੇ ਵੀ ਮੈਂ ਤਾਂ ਹਜੇ ਤੱਕ ਗੁਰੂ ਨਹੀਂ ਬਣਾਇਆ। ਤੇ ਉਹ ਬੰਦਾ ਅੱਗੇ ਉਹ ਕਹਿੰਦਾ ਵੀ ਮੇਰਾ ਜਨਮ ਭ੍ਰਿਸ਼ਟ ਹੋ ਗਿਆ। ਮੇਰੇ ਪਾਤਸ਼ਾਹ ਵੀ ਕਹਿੰਦੇ ਨੇ ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ, ਜਿਹਦਾ ਕੋਈ ਦੀਨ ਧਰਮ ਨਹੀਂ ਹੈ। ਤੁਸੀਂ ਇਹ ਨਾ ਸੋਚੋ ਵੀ ਇਹ ਸਿੱਖਾਂ ਦੇ ਘਰ ਜੰਮ ਕੇ ਸਿੱਖ ਬਣ ਗਏ, ਇਹ ਬੇਦੀਨੇ ਹੈ। ਪਹਿਲਾਂ ਉਹ ਕਹਿੰਦੇ ਨੇ ਚੋਰਾਂ, ਯਾਰਾਂ, ਰੰਡੀਆਂ, ਕੁੱਟਣੀਆਂ, ਚੋਰਾਂ, ਯਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਫਫਾ ਕੁੱਟਣੀ ਹੁੰਦੀ ਸੀ। ਚੋਰ ਯਾਰੀਆਂ ਕਰਨ ਵਾਲੇ, ਚੋਰਾਂ, ਯਾਰਾਂ, ਰੰਡੀਆਂ, ਦਲੀਆਂ, ਇਸਤਰੀਆਂ, ਕੁੱਟਣੀਆਂ, ਫਫਾ ਕੁੱਟਣੀ ਜਿਹਨੂੰ ਕਹਿੰਦਾ ਸੀ, ਦੀਵਾਨ, ਇਹਨਾਂ ਦੀ ਕਚਹਿਰੀ ਲੱਗਦੀ ਆਪੋ ਚ। ਚੋਰਾਂ ਦੀ ਚੋਰਾਂ ਨਾਲ ਪਿਰੜੀ ਹੁੰਦੀ ਹੈ। ਜਿਹੜੇ ਏਦਾਂ ਦੇ ਇੱਧਰ ਉੱਧਰ ਕੁੜੀਆਂ ਵੱਲ ਧਿਆਨ ਨਾਲ ਉਹਨਾਂ ਦੀ ਜੁੱਟ ਬਣੇ ਹੁੰਦੇ। ਚੋਰਾਂ ਸ਼ਰਾਬੀਆਂ ਦੀ ਸ਼ਰਾਬੀਆਂ ਨਾਲ ਜੁੱਟ ਹੈ, ਸਮੈਕਰਾਂ ਦੀ ਸਮੈਕਰ ਨਾਲ ਜੁੱਟ ਰਲੀ ਹੈ। ਤੇ ਆ ਵੀ ਲੋਕ ਨੇ ਜਿਹੜੇ ਦੌੜ ਕੇ ਬੱਸਾਂ ਚੜ ਕੇ ਕੀਰਤਨ ਨੂੰ ਆਂਡੇ ਨੇ। ਚੋਰਾਂ, ਯਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ, ਉਹਨਾਂ ਦਾ ਕੋਈ ਦੀਨ ਮਜਬ ਨਹੀਂ, ਉਹਨਾਂ ਨਾਲ ਦੋਸਤੀ ਹੈ, ਉਹਨਾਂ ਦੀ ਆਪੋ ਜੀ ਇੱਕ ਬੈਠਕ ਹੈ। ਸਿਫਤੀ ਸਾਰ ਨਾ ਜਾਣਨੀ ਸਦਾ ਬਸੈ ਸ਼ੈਤਾਨ। ਉਹਨਾਂ ਨੂੰ ਪ੍ਰਮਾਤਮਾ ਦੀ ਸਿਫਤ ਦਾ ਕੋਈ ਪਤਾ ਨਹੀਂ, ਜਿਨ੍ਹਾਂ ਸਾਨੂੰ ਅੱਖਾਂ ਦਿੱਤੀਆਂ,
ਉਹ ਤੁਹਾਨੂੰ ਲੱਤਾਂ ਦਿੱਤੀਆਂ, ਤੁਹਾਨੂੰ ਸਾਰ ਜ਼ਮੀਨ ਪੰਜਾਬ ਦੀ ਤੇ ਜਨਮ ਦਿੱਤਾ, ਤੁਹਾਨੂੰ ਐਡਾ ਵੱਡਾ ਗੁਰੂ ਨਾਨਕ ਦਿੱਤਾ, ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਿੱਤਾ ਪੰਜਾਬੀ ਚ ਲਿਖ ਕੇ, ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪੰਡਤ ਨੇ ਕਦੇ ਸੰਸਕ੍ਰਿਤ ਕਦੇ ਕਿਸੇ ਭਾਸ਼ਾ 'ਚ ਹੋਰ ਉਹਨੂੰ ਅਲੱਥਾ ਨਹੀਂ ਕੀਤਾ, ਜਿੰਨੇ ਵੇਦ ਸਨ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਲਿਖ ਕੇ ਦਿੱਤਾ ਪੰਜਾਬੀ 'ਚ, ਤੁਹਾਡੀ ਬੋਲੀ ਵਿੱਚ। ਤੁਹਾਡੇ ਵਿੱਚੋਂ ਜਾਤ ਪਾਤ ਖਤਮ ਕੀਤੀ, ਜਿਹੜਾ ਜਾਤ ਪਾਤ ਹਿੰਦੁਸਤਾਨ ਦਾ ਬਹੁਤ ਵੱਡਾ ਘਾਟ ਸੀ ਉਹ ਤੁਹਾਡੇ ਚੋਂ ਮੁਕਾਇਆ। ਤੁਹਾਨੂੰ ਇੱਕ ਪਿਓ ਦਿੱਤਾ ਗੁਰੂ ਗੋਬਿੰਦ ਸਿੰਘ ਵਰਗਾ, ਇੱਕ ਮਾਂ ਦਿੱਤੀ ਮਾਤਾ ਸਾਹਿਬ ਕੌਰ, ਜਿਹਨੂੰ ਅਸੀਂ ਕੁਆਰਾ ਡੋਲਾ ਕਰਕੇ ਜਾਣਦੇ ਹਾਂ। ਭਾਵ ਛੋਟੀ ਉਮਰ ਵਿੱਚ ਹੀ ਉਹਦੇ ਪਿਓ ਨੇ ਉਹਨੂੰ ਗੁਰੂ ਜੀ ਦੇ ਨਾਂ ਲਾ ਦਿੱਤਾ ਕਿ ਮੇਰੀ ਧੀ ਗੁਰੂ ਦੀ ਸੇਵਾ ਕਰੇਗੀ। ਉਸ ਇਲਾਕੇ ਵਿੱਚ ਸਾਰੇ ਲੋਕ ਉਹਨੂੰ ਮਾਂ ਜੀ ਕਹਿਣ ਲੱਗ ਪਏ ਸੀ ਉਦੋਂ। ਗੁਰੂ ਮਾਤਾ, ਉਹ ਤੁਹਾਡੀ ਮਾਤਾ ਬਣਾਈ, ਸਾਰੀ ਜ਼ਿੰਦਗੀ ਖਾਲਸਾ ਉਹਦੀ ਝੋਲੀ 'ਚ ਪਾਇਆ। ਤੁਹਾਨੂੰ ਪੰਜ ਪਿਆਰਿਆਂ ਕੋਲੋਂ ਖੰਡੇ ਦੀ ਪੌੜ ਦਿੱਤੀ, ਇੱਕ ਇੱਕ ਹਥਿਆਰ ਦਿੱਤਾ ਹਰ ਬੰਦੇ ਤੇ ਜਨਾਨੀ ਨੂੰ। ਤੁਹਾਨੂੰ ਇੱਕ ਨਾਂ ਦਿੱਤਾ ਸਿੰਘ ਤੇ ਕੌਰ, ਤੁਹਾਨੂੰ ਇੱਕ ਲੰਗਰ ਦੀ ਪ੍ਰੀਤੀ ਪਾਈ, ਤੁਹਾਡੇ ਵਿੱਚ ਇੱਕ ਜੁਰਤ ਭਰੀ ਕਿ ਜਿੱਥੇ ਵੀ ਬੇਇਨਸਾਫੀ ਹੁੰਦੀ ਉੱਥੇ ਖੜ ਜਾਓ, ਮੌਤ ਤੁਹਾਡੀ ਨਹੀਂ ਹੋਣੀ। ਹੁਣ ਤੁਹਾਨੂੰ ਮਾਰ ਦਿੱਤਾ ਗਿਆ ਖੰਡੇ ਦੀ ਪੌੜ ਛਕਾਉਣ ਤੋਂ ਪਹਿਲਾਂ। ਜਿਵੇਂ ਅਸਾਈ ਆਪਣੇ ਬੰਦੇ ਨੂੰ ਪਾਣੀ 'ਚ ਗੋਤਾ ਦਿੰਦੇ ਨੇ, ਉਹਨੂੰ ਕਹਿੰਦੇ ਤੂੰ ਮਰ ਗਿਆ, ਤੇ ਸਾਨੂੰ ਵੀ ਪੰਜ ਪਿਆਰੇ ਪਹਿਲਾਂ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਹੋ ਸਭਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਇਸ ਕਰਕੇ ਖਾਲਸਾ ਪੰਥ ਤਲਵਾਰ ਦੀ ਧਾਰ ਵਿੱਚੋਂ ਤਿਆਰ ਕੀਤਾ ਹੋਇਆ। ਅੱਜ ਤੁਹਾਡੇ ਕੋਲ ਕਿੱਥੇ ਹੈ ਚੀਜ਼ਾਂ, ਕਿੱਧਰ ਨੂੰ ਮੂੰਹ ਕੀਤਾ ਹੋਇਆ। ਇਹ ਜ਼ਰੂਰੀ ਨਹੀਂ ਵੀ ਜੇ ਮੀਡੀਆ ਤੁਹਾਨੂੰ ਮਿਲ ਗਿਆ ਤੇ ਤੁਸੀਂ ਮੀਡੀਆ ਵਿੱਚ ਜਾਣਾ, ਤੁਸੀਂ ਆਪਣੀ ਅਕਲ ਵਰਤਣੀ ਹੈ। ਤੁਹਾਨੂੰ ਪੰਜਾਬੀ ਚ ਲਿਖ ਕੇ ਗ੍ਰੰਥ ਸਮਝਾਇਆ ਗਿਆ ਸੀ ਕਿ ਤੇਰੇ ਕੋਲ ਕੋਈ ਗਰੰਟੀ ਨਹੀਂ ਇਸ ਧਰਤੀ ਤੇ ਰਹਿਣ ਦੀ, ਬਾਕੀ ਚੀਜ਼ਾਂ ਦੀ ਗਰੰਟੀ ਹੈ, ਤੇਰੇ ਸਵਾਸਾਂ ਦੀ ਕੋਈ ਵੀ ਗਰੰਟੀ ਨਹੀਂ ਹੈ। ਔਰ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਨੇ, ਵੱਧ ਨਹੀਂ ਰਹੇ। ਇਹ ਵੀ ਗੁਰੂ ਪਾਤਸ਼ਾਹ ਨੇ ਲਿਖਿਆ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੋ ਦਿਨ ਦਿਨ ਅਬਦ ਘਟਤ ਹੈ। ਮਾਂ ਜਾਣਦੀ ਮੇਰਾ ਪੁੱਤ ਵੱਡਾ ਹੋ ਗਿਆ ਸਾਲ ਦਾ, ਇਹ ਨਹੀਂ ਪਤਾ ਲੱਗਿਆ ਵੀ ਜਿਹੜੇ 365 ਦਿਨਾਂ 'ਚ ਜਿਹੜੇ ਇਹਦੇ ਸਵਾਸ ਮੁੱਕ ਗਏ ਉਹ ਹੁਣ ਕਦੇ ਵੀ ਵਾਪਸ ਨਹੀਂ ਆਣੇ। ਜੰਮਦਿਆਂ ਤੋਂ ਇਹਨੂੰ, ਇਹ ਪਹਿਲਾ ਬੰਦਾ ਜਿਹਨੂੰ ਜੰਮਦਿਆਂ ਘਾਟਾ ਪੈਣਾ ਸ਼ੁਰੂ ਹੁੰਦਾ, ਜੰਮਦਿਆਂ ਘਾਟਾ। ਸੋ ਪਿਆਰਿਓ, ਬਹੁਤ ਅੱਛੇ ਆਪ ਲੋਕ ਬੈਠੇ ਹੋ। ਮੇਰੀ ਤੇ ਇੱਕੋ ਬੇਨਤੀ ਹੁੰਦੀ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਇਸ ਗੁਰੂ ਦੀ ਆਮਨਾ 'ਚ ਨਹੀਂ ਆਉਂਦੇ, ਇਹਦੀ ਛਤਰ ਛਾਇਆ ਥੱਲੇ ਜੁੜਦੇ ਨਹੀਂ ਗਏ। ਹੁਣ ਉਹੀ ਪ੍ਰੋਬਲਮ ਹੈ। ਹੁਣ ਇਹ ਵੀਰਾਂ ਦਾ ਵੀ ਅੱਜ ਮਸਲਾ ਇਹ ਸੀ ਵੀ ਲੋਕ ਏਦਾਂ ਸਹਿਯੋਗੀ ਬਣੇ ਰਹਿਣ ਤੇ ਕੰਮ ਚੱਲਦਾ ਰਹਿੰਦਾ। ਹੁਣ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਦੋਂ ਮੁੰਡਾ ਹੀ ਤੁਸੀਂ ਨਿਆਣੇ ਇੱਕ ਜੰਮਣਾ, ਉਹ ਦੱਸ ਕੀ ਕਰੂਗਾ, ਕੀ ਆਪਣੇ ਘਰ ਦੀ ਜ਼ਮੀਨ ਵਾਹੂਗਾ, ਕਿ ਤੁਹਾਡਾ ਟਰੈਕਟਰ ਗੇੜੂਗਾ, ਕਿ ਇੱਥੇ ਤੁਹਾਡੇ ਵਿੱਚ ਆ ਕੇ ਹਾਜ਼ਰੀ ਭਰੂਗਾ, ਕਰੂਗਾ ਕੀ ਉਹ? ਹੁਣ ਤਾਂ ਮੋਬਾਈਲ ਮਿਲ ਗਈ, ਉਹਨੂੰ ਤਾਂ ਟੀਵੀ ਮਿਲ ਗਿਆ, ਉਹਨਾਂ ਦਾ ਮਾਂ ਪਿਓ ਨੂੰ ਦੁਖੀ ਕਰਕੇ ਮੋਟਰਸਾਈਕਲ ਲਿਆ ਹੋਇਆ, ਉਹਦੀ ਤਾਂ ਹੁਣ ਅੱਡੀ ਨਹੀਂ ਲੱਗਣੀ, ਜਵਾਨੀ ਦੇ 4 ਦਿਨ ਨੇ ਉਹਦੇ। ਇਸ ਕਰਕੇ ਜਿੰਨਾ ਚਿਰ ਤੱਕ ਤੁਹਾਡੀ ਸੰਗਤ ਨਹੀਂ ਚੰਗੀ ਹੁੰਦੀ, ਤੁਸੀਂ ਸੈਟੀਸਫਾਈਡ ਹੋ ਰਹੇ ਹੈ ਕਿ ਉਹ ਮੈਨੂੰ ਫਤਿਹ ਬੁਲਾ ਦਿੱਤੀ, ਉੱਥੇ ਮੱਥਾ ਟੇਕ ਦਿੱਤਾ, ਬਸ ਠੀਕ ਹੋ ਗਿਆ, ਇਹ ਹਜੇ ਠੀਕ ਨਹੀਂ ਕੁਝ ਵੀ ਹੋਇਆ। ਪਹਿਲਾਂ ਆਪਣੇ ਅੰਦਰ ਝਾਤੀ ਮਾਰੋ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤੀ ਮਾਰ, ਤੁਹਾਨੂੰ ਆਪਣੀ ਕਰਤੂਤ ਦਾ ਸਾਰਿਆਂ ਨੂੰ ਪਤਾ, ਮੈਨੂੰ ਵੀ ਪਤਾ ਆਪਣੀ ਕਰਤੂਤ ਦਾ। ਬੰਦਾ ਕਦੇ ਵੀ ਆਪਣੇ ਔਗਣ ਨਹੀਂ ਦੱਸਦਾ, ਪੱਖੇ ਉੱਤੇ ਨਾਂ ਲਿਖਾ ਦੂਗਾ ਵੀ ਸਰਦਾਰ ਰਣਧੀਰ ਸਿੰਘ ਨੇ ਦਿੱਤਾ, ਪਿਓ ਦੀ ਯਾਦ ਵਿੱਚ ਦਿੱਤਾ, ਪਰ ਰਣਧੀਰ ਸਿੰਘ ਨੇ ਠੱਗੀ ਕਿੰਨੀ ਮਾਰੀ ਕਦੇ ਨਹੀਂ ਲਿਖ ਕੇ ਦਊਗਾ।
रणधीर सिंह ने गलतियां गिनियां कीतियां, कदे नहीं लिखूगा पखे ते भी इन्नियां गलतियां भी हो गई। चंगा लोकां नूं हत्थां ते रखूगा ते अपनियां माड़ियां करतूतां लुको के रखूगा। ए दुनिया कोलों तू लुको सकदा, पर उस सच्चे दरबार च तेरी कोई भी करतूत नहीं लुकनी। एक थानू तैनू जाना पैना मर के, तू अपनी मर्जी नाल नहीं जम्मिया होया, तैनू भेजिया गया है ते तैनू खास मकसद नूं भेजिया। जे कली कपड़े पाने हैं ਜਾਂ ਬੱਚੇ ਜੰਮਣੇ ਹੈ ਜਾਂ ਖਾਣਾ ਲੈਣਾ ਹੈ, ਫਿਰ ਸਾਰੇ ਡੰਗਰ ਕਰ ਰਹੇ ਨੇ, ਉਹ ਕੱਪੜੇ ਵੀ ਨਹੀਂ ਪਾਉਂਦੇ, ਉਹ ਬਿਨਾਂ ਕੱਪੜਿਆਂ ਤੋਂ ਜ਼ਿੰਦਗੀ ਕੱਟਦੇ ਆ। ਉਹਨਾਂ ਕੋਲ ਕੋਈ ਲਫ਼ਾਜ਼ ਨਹੀਂ ਹੈ, ਡੰਗਰ ਬੋਲ ਕੇ ਗੱਲ ਨਹੀਂ ਸਮਝਾ ਸਕਦਾ, ਬੋਲ ਸਕਦਾ ਪਰ ਸ਼ਬਦਾਵਲੀ ਨਹੀਂ ਹੈ। ਉਹ ਤੁਹਾਡੇ ਕੋਲ ਸ਼ਬਦਾਵਲੀ ਹੈ, ਤੁਸੀਂ ਦੂਰ ਤੱਕ ਸੋਚ ਸਕਦੇ, ਡੰਗਰ ਸੋਚ ਨਹੀਂ ਸਕਦੇ। ਪਰ ਫਿਰ ਵੀ ਮੈਂ ਉਹਨਾਂ ਨੂੰ ਕਹੂੰਗਾ ਵੀ ਡੰਗਰ ਸ਼ਰਾਬ ਨਹੀਂ ਪੀਂਦੇ, डंगर झूठ नहीं बोलते, डंगर ठगियां नहीं मारते, डंगर बलात्कार नहीं करते। थानू जागण की लोड़ सी, गुरबाणी जगा रही सी। तुसी ये ना सोचो तुसी जागने हैं, वो जागदा वो हुंदा बंदा जिहदा मन जागे। साडे मन सुते हुए ने, जाग रहे मन जागण हारे, झूठा मोह मिथ्या पसारे। दूर तक देखो संसार किदां दा है। जेड़े बंदे दी इस धरती ते अखां नहीं है, जेड़े बंदे दी धरती ते कान नहीं है, तुसी फैसला लाओ दी दुनिया किदां दी है। दो चीज़ां नहीं है, उहदी कोई अख नहीं है, उहदे कोई कान नहीं है, बंदा है। किदां दी दुनिया होगी उहदी। तुसी जो कुछ भी इनफीड किया है ना अखां राही किया है। हुण गुरु जी ने तुहानू दसना भी अखां नाल किदां देखना, किदां नहीं देखना। सारियां च रब दा रूप करके देखना है कि विरोधी तत्व नाल देखना है, मेल फीमेल करके देखना है, जवान बुढ़ा करके देखना है। ये गुरु ने दसिया, ए नेत्रो मेरियो हर तुम मैं जो तरी हर बिन अबर ना देखियो कोई, हर बिन अबर ना देखियो कोई। दूजे पासे कहणगे मिथ्या नेत्र पेख पर तरिया रुपाद, झूठियां ने अखां जे दूजियां स्त्रियां दा रूप भैड़ी निगाह नाल देखदियां ने। कली कली ज्ञान इंद्री जिहड़ी है ओनू की फंक्शन दा हत्ता कुदरत नाल तुहानू जोड़िया, वो दसणगे पैर दसणगे किस लई जोड़े ने, हथ दसणगे कित्थे वरतने ने, अखां कित्थे वरतणियां, जबान कित्थे वरतनी है, कन कित्थे वरतने हैं। ये सारियां गल्लां दसणगे। अखीर ते कहणगे मिथ्या तन नहीं पर पकारा, जे किसी दे भले दा काम नहीं कीता तेरा शरीर नाश झूठा है, शरीर दी कोई लोड़ नहीं, इलाज नहीं। ये किसी दा की करना, इन्हां दा अपना करन जोगा नहीं रहा, ये तां दूजियां दा बिगाड़न तो तुर पिया, करना की ना भला किसी दा। इस करके प्यारिओ आ तुहानू जागण दी लोड़ है। खास करके नौजवानों के अगे बड़ियां मुसीबत आ रही ने, बीमारी बहुत बढ़ जानी इस देश में, महंगाई ना लक तोड़ देना। जिन्ना चिर कारपोरेटरां नूं नत्थ ना पाई उन्ना चिर तुहानूं पता लगूगा कि सुभाविक जी है। उही तुहाडा एक गन्ना मुड़ के तुहानूं 100 रुपए नूं मिलना, सिर्फ उन्हीं उहदियां गलेरियां बना देणियां ते लिफाफे च बंद कर देना। बस गन्ना तुहाडा 1 रुपए का 2 रुपए का जाना, उत्थे 100 रुपए का मुड़ के वापस आ जाना तुहाडे कोल। इस करके जिन्ना चिर तुसीं जागदे नहीं गए है, ये ना सोचो भी असीं पढ़ गए हैं। वो पढ़िया मूर्ख आखिया जिस लब लोभ हंकारा। वो पढ़िया होया गुरु पातशाह नूं मूर्ख दा खिताब दिंदे ने, जिहड़ा लोभी है, खाण दे चस्के च लग्या होया, लोकां कोल धन बटोरदा चलाकी नाल, हंकार नाल आफरिया पिया भी मेरे वर्गा कोई दुनिया ते बंदा नहीं है। ओनू गुरु पातशाह ये कहंदे ने पढ़िया मूर्ख आखिया। एक थां कहंदे ने मूर्खा सिर मूर्ख है जे मन्ने नाही ना हो। जे परमात्मा की भगती नहीं करता इहदे वड्डा होर कोई मूर्ख हो ही नहीं सकता। जिन्हां इन्ना कुछ दिता, धरती ने एक बार पुछदे ने भाई गुरदास जी भी तैनूं किहड़ी चीज़ भारी लगदी है, तू बड़ी तड़फदी है। आंदी मैनूं की दसां मैं, आंदे तेरे ते बड़े बड़े किले बने ने, राजा ने बनाए ने, बड़े ऐशो इशरत दे किले बनाए ने, वो ना करके भार हो गया। आंदी नहीं, तेरे ते एडे एडे पहाड़ खड़े ने उन्हां करके भारी हो गई है। आखे नहीं, तेरे ते समुंदर वगदे ने किन्ने 75 हिस्से पानी ते 25 हिस्से जमीन। शरीर विच भी
ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਸਰੀਰ ਵੀ 75 ਹਿੱਸੇ ਦਾ ਚ ਪਾਣੀ ਤੇ 25 ਹਿੱਸੇ ਦਾ ਚ ਬਾਕੀ ਸਥੂਲ ਮਟੀਰੀਅਲ ਹੈ। 75 ਹਿੱਸੇ ਪਾਣੀ। ਆਂਦੇ ਤੈਨੂੰ ਸਮੁੰਦਰਾਂ ਦਾ ਭਾਰ ਲੱਗਦਾ? ਇੰਨੇ ਨੇ ਡੂੰਘੇ ਨੇ? ਨਹੀਂ। ਬੁੰਦਿਆਂ ਦਾ ਭਾਰ ਲੱਗਦਾ? ਨਹੀਂ। ਰੇਲਾਂ ਚੱਲਦੀਆਂ ਨੇ, ਇਹਨਾਂ ਦੇ ਬੜੇ ਬੜੀਆਂ ਡੱਬੇ ਜਾਂਦੇ, ਇਹਨਾਂ ਦਾ ਕਿਹਦਾ ਤੈਨੂੰ ਭਾਰ ਲੱਗਦਾ? ਆਂਦੇ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਮੈਨੂੰ ਭਾਰ ਉਹਨਾਂ ਲੋਕਾਂ ਦਾ ਜਿਹੜਾ ਕਿਸੇ ਦੇ ਕੀਤੇ ਹੋਏ ਪਰਪਕਾਰ ਨੂੰ ਭੁਲਾ ਜਾਂਦਾ। ਤੇ ਅਸੀਂ ਉਹ ਲੋਕ ਹੈ ਅਕਿਰਤ ਗਣ। ਅਸੀਂ ਪ੍ਰਮਾਤਮਾ ਨੇ ਅੱਖਾਂ ਦਿੱਤੀਆਂ, ਉਹਦੀ ਕੋਈ ਕਦਰ ਨਹੀਂ ਪਾਈ। ਅਸੀਂ ਆ 5 ਪੀਰਾਂ ਤੇ ਜਾ ਕੇ ਮੱਥੇ ਟੇਕ ਰਗੜਦੇ ਆ। ਇਹਨਾਂ ਪੀਰਾਂ ਨਾਲ ਸਾਡਾ ਕੋਈ ਦੂਰ ਦਾ ਵਾਸਤਾ ਨਹੀਂ ਹੈ। ਸਾਡਾ ਪਾਦਰੀਆਂ ਨਾਲ ਦੂਰ ਦਾ ਵਾਸਤਾ ਨਹੀਂ ਹੈ। ਸਾਡੇ ਕਿਸੇ ਪਖੰਡੀ ਨਾਲ ਦੂਰ ਦਾ ਵਾਸਤਾ ਨਹੀਂ ਹੈ। ਜੇ ਸਾਡਾ ਵਾਸਤਾ ਹੈ, ਸਾਡਾ ਗਿਆਨ ਦਾ ਮੁਜੱਸਮ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਇੱਕ ਗੱਲ ਤੁਹਾਨੂੰ ਚੇਤੇ ਰੱਖਣੀ ਪੈਣੀ ਹੈ, ਉਹ ਇਹ ਰੱਖਣੀ ਪੈਣੀ ਹੈ, ਜੇ ਕਿਸੇ ਤੁਸੀਂ ਬੰਨਣਾ ਇਸ ਚੀਜ਼ ਨੂੰ ਨਿਯਮ ਵਿੱਚ, ਫਿਰ ਇਹ ਗੱਲ ਜ਼ਰੂਰ ਹੈ, ਜਿੰਨੇ ਵੀ ਸਰਕਾਰਾਂ ਨੇ ਕਾਨੂੰਨ ਬਣਾਏ ਹੈ, ਜਿਹੜੇ ਬੰਦੇ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ, ਸਰਕਾਰਾਂ ਉਹਨਾਂ ਨੂੰ ਸਜ਼ਾ ਦਿੰਦੀਆਂ ਨੇ। ਕਈ ਤਾਂ ਬਿਨਾਂ ਕਾਨੂੰਨ ਤੋਂ ਵੀ ਸਜ਼ਾ ਖਾਣ ਦੇ ਨੇ ਵਿਚਾਰੇ, ਉਲੰਘਣਾ ਵੀ ਨਹੀਂ ਕੋਈ ਵੀ ਕੀਤੀ, ਤਾਂ ਵੀ ਕਿਸੇ ਵਿਰੋਧੀ ਨੇ ਝੂਠਾ ਪਰਚਾ ਦਰਜ ਕਰਾ ਕੇ ਉਹਨੂੰ ਅੰਦਰ ਕਰਾ ਦਿੱਤਾ। ਪਰ ਉਹਨੂੰ ਪਤਾ, ਜਿਹੜਾ ਝੂਠਾ ਪਰਚਾ ਦਰਜ ਕਰਾਉਂਦਾ ਉਹਨੂੰ ਵੀ ਪਤਾ ਵੀ ਮੈਂ ਝੂਠਾ ਫਸਾਣ ਲੱਗਿਆ, ਤੇ ਜਿਹੜੇ ਤੇ ਪਰਚਾ ਦਰਜ ਹੁੰਦਾ ਉਹਨੂੰ ਵੀ ਪਤਾ, ਜੱਜ ਨੂੰ ਨਹੀਂ ਪਤਾ ਵੀ ਪਰਚਾ ਝੂਠਾ ਕਿ ਸੱਚਾ ਹੈ। ਉਹਨਾਂ ਦੋਹਾਂ ਨੂੰ ਪਤਾ। ਜਿਹੜੇ ਕਿਥੇ ਨਾ ਕੱਟਿਆ ਪਰਚਾ ਥਾਣੇਦਾਰ ਨਾਲ ਜਾਂ ਕਿਸੇ ਡਾਕਟਰ ਨਾਲ ਉਹਦੀ ਬਾਂਹ ਵੱਡੀ ਹੈ 26 ਦਾ ਪਰਚਾ ਬਣਾਉਣ ਵਾਸਤੇ, ਉਹਨੂੰ ਵੀ ਪਤਾ। ਆਮ ਲੋਕਾਂ ਨੂੰ ਨਹੀਂ ਪਤਾ। ਕੁਝ ਲੋਕਾਂ ਨੂੰ ਪਤਾ ਲੱਗ ਜਾਂਦਾ ਮਗਰੋਂ, ਪਰ ਉਹ ਬੋਲਦੇ ਨਹੀਂ ਗਏ ਹੈ। ਝੂਠ ਦਾ ਉਹਦੇ ਹੌਸਲਾ ਅਫਜ਼ਾਈ ਕਰਦੇ ਨੇ ਵੀ ਕੋਈ ਨਹੀਂ ਬੋਲੀ ਜਾ ਝੂਠ, ਉਹ ਕੱਲ ਨੂੰ ਤੇਰੇ ਤੇ ਝੂਠਾ ਪਰਚਾ ਦਰਜ ਕਰਾਓਗੇ ਫਿਰ ਤੂੰ ਚੀਕੇਂਗਾ। ਇਸ ਕਰਕੇ ਜਿੰਨਾ ਚਿਰ ਤੋਂ ਤੁਹਾਡੇ ਚੋਂ ਇਹ ਚੀਜ਼ਾਂ ਨਹੀਂ ਮੁੱਕਦੀਆਂ, ਤੁਸੀਂ ਸਚਾਈ ਨੂੰ ਅੱਗੇ ਨਹੀਂ ਰੱਖਦੇ, ਸਚਾਈ ਕਦੇ ਹਾਰੇਗੀ ਨਹੀਂ। ਇੱਕ ਝੂਠ ਨੂੰ ਬੋਲਣ ਵਾਸਤੇ ਸੈਂਕੜੇ ਝੂਠ ਬੋਲੀ ਜਾਣਗੇ, ਝੂਠ ਫੇਰ ਵੀ ਝੂਠ ਰਹੇਗਾ। ਇੱਕ ਵਾਰ ਸੱਚ ਬੋਲਣ ਤੋਂ ਬਾਅਦ ਉਹਨੂੰ ਸੱਚ ਨੂੰ ਤਰਜੀਹ ਦੇਣ ਦੀ ਕੋਈ ਲੋੜ ਨਹੀਂ, ਸੱਚ ਹਮੇਸ਼ਾ ਸੱਚ ਰਹੇਗਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਬਾਕੀ ਰਹੀ ਗੱਲ ਮੇਨ ਜਿਹੀ, ਇੱਥੇ ਸਨਾਤਨ ਹਿੰਦੂ ਧਰਮ ਦੇ ਲੋਕ ਬੈਠੇ ਨੇ ਜਾਂ ਸਾਡੇ ਵਿੱਚ ਬਸ ਵਿਸਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਸਾਰੇ ਜਨੇਊ ਪਾਓ। ਸਾਰਿਆਂ ਧਰਮਾਂ ਵਿੱਚ ਜਿੰਨੇ ਵੀ ਧਰਮ ਨੇ ਸਾਡੇ 8 ਵਿੱਚ 2 4 5 ਗੱਲਾਂ ਸਾਂਝੀਆਂ ਮਿੱਤਰੋ ਮਿਲਣਗੀਆਂ। ਪਹਿਲੀ ਗੱਲ ਸਾਂਝੀ ਮਿਲੇਗੀ, ਕੋਈ ਧਰਮ ਨਹੀਂ ਕਹਿੰਦਾ ਝੂਠ ਬੋਲਣ ਬਾਰੇ। ਇਹ ਸਾਂਝੀ ਗੱਲ ਹੈ। ਕੋਈ ਧਰਮ ਨਹੀਂ ਕਹਿੰਦਾ ਝੂਠ ਬੋਲਣ ਬਾਰੇ। ਕੋਈ ਪੜ੍ਹਾਈ ਨਹੀਂ ਪੜ੍ਹਾਈ ਗਈ ਪਹਿਲੀ ਤੋਂ ਲੈ ਕੇ PhD ਤੱਕ ਜਿਸਾ ਸਾਨੂੰ ਲੈਸਨ ਦਿੱਤਾ ਹੋਇਆ ਕਿ ਝੂਠ ਬੋਲਣਾ ਚਾਹੀਦਾ। ਦੂਸਰਾ, ਕੋਈ ਵੀ ਧਰਮ ਇਹ ਨਹੀਂ ਕਹੂਗਾ ਵੀ ਨਸ਼ੇ ਪੀਓ। ਨਸ਼ਿਆਂ ਤੋਂ ਹਰ ਧਰਮ ਨੇ ਬੰਦੇ ਨੂੰ ਰੋਕਿਆ ਹੋਇਆ। ਤੀਸਰਾ, ਕੋਈ ਵੀ ਧਰਮ ਨਹੀਂ ਕਹੇਗਾ ਕਿ ਠੱਗੀ ਚੋਰੀ ਕਰਕੇ ਘਰ ਮਾਰ ਲਿਆਓ। ਇਹਨਾਂ ਗੱਲਾਂ ਵਾਸਤੇ ਕਾਨੂੰਨ ਬਣਾਤੇ ਹੈ। ਕੇਵਲ ਠੇਕੇ ਦੀ ਸ਼ਰਾਬ ਤੁਹਾਨੂੰ ਬੁੱਧੂ ਬਣਾਉਣ ਵਾਸਤੇ ਭੇਜੀ ਹੈ। ਬਾਕੀ ਇੱਥੇ ਸਮੈਕ ਵਿਕ ਨਹੀਂ ਸਕਦੀ, ਕੈਪਸੂਲ ਵਿਕ ਨਹੀਂ ਸਕਦੇ, ਟ੍ਰਿਮਾਡੋਲ ਦੀਆਂ ਗੋਲੀਆਂ ਵਿਕ ਨਹੀਂ ਸਕਦੀਆਂ, ਕੋਈ ਵੀ ਸਿੰਥੈਟਿਕ ਡਰੱਗ ਇੱਥੇ ਨਹੀਂ ਵਿਕ ਸਕਦੀ ਕਾਨੂੰਨ ਤੌਰ ਤੇ। ਭੁੱਕੀ ਫੀਮ ਇਹ ਕੋਈ ਨਹੀਂ ਵਿਕ ਸਕਦੀ। ਕੇਵਲ ਪਿੰਡ ਵਿੱਚ ਸ਼ਰਾਬ ਨਹੀਂ ਨਿਕਲ ਸਕਦੀ। ਕੇਵਲ ਜਿਹੜੀ ਫੈਕਟਰੀ ਚੋਂ ਬਣ ਕੇ ਆਂਦੀ ਸ਼ਰਾਬ ਪੰਜਾਬ ਦੀ ਮਨਜ਼ੂਰ ਸ਼ੁਦਾ ਉਹ ਵਿਕ ਸਕਦੀ ਹੈ। ਹਰਿਆਣੇ ਦੀ ਨਹੀਂ ਵਿਕ ਸਕਦੀ, ਯੂਪੀ ਦੀ ਨਹੀਂ ਵਿਕ ਸਕਦੀ, ਦਿੱਲੀ ਦੀ ਨਹੀਂ ਵਿਕ ਸਕਦੀ, ਹਿਮਾਚਲ ਦੀ ਨਹੀਂ ਵਿਕ ਸਕਦੀ, ਪੰਜਾਬ ਦੀ ਹੀ ਵਿਕ ਸਕਦੀ ਹੈ। ਉਹ ਵੀ ਠੇਕੇ ਤੇ ਰੱਖ ਕੇ ਵੇਚੀ ਜਾ ਸਕਦੀ ਹੈ। ਉਹਦੀ ਕੋਈ ਕੁਆਂਟੀਟੀ ਨਹੀਂ ਰੱਖੀ ਵੀ 200 ml ਵੇਚਣੀ ਹੈ ਕਿ 100 ਵੇਚਣੀ ਹੈ ਕਿ 2 ਬੋਤਲਾਂ ਦੇਣੀਆਂ ਕਿ 4 ਦੇਣੀਆਂ ਕਿ ਪੇਟੀਏ ਦੇ ਦੇਣੀ। ਉਹ ਬੁੱਧੂ ਬਣਾਉਣ ਵਾਸਤੇ ਸਾਰਾ ਸਿਸਟਮ ਚੱਲਿਆ ਹੋਇਆ। ਤੁਹਾਡੇ ਕੋਲ ਜਵਾਨੀ ਦਾ ਨਸ਼ਾ, ਤੰਦਰੁਸਤੀ ਦਾ ਨਸ਼ਾ, ਦਾਲ ਪ੍ਰਸ਼ਾਦੇ ਦਾ ਨਸ਼ਾ, ਸ਼ਰਾਬ ਰੋਜ਼ ਪੀ ਜਾਓ ਤੇ ਰੋਟੀ ਤੇ ਦਾਲ ਨਾ ਖਾਓ 20-25 ਦਿਨ, ਬਹੁਤ ਛੇਤੀ ਮਰ ਜਾਓਗੇ। ਉਹ ਨਸ਼ਾ ਸੀ, ਇਹ ਮਸਤਾਵਾ ਸੀ, ਮਸਤੇਮਾ ਸੀ। ਇਸ ਕਰਕੇ ਅੱਜ ਤੁਹਾਡੇ ਚ ਜਾਗਰਤੀ ਆਣੀ ਚਾਹੀਦੀ ਹੈ। ਇਹਨਾਂ ਨੂੰ ਵੀ ਤੁਹਾਡੀ ਲੋੜ ਹੈ। ਜਿੱਥੇ ਦਾਸ ਬੇਨਤੀ ਕਰਦਾ ਜਾ ਰਿਹਾ ਉੱਥੇ ਤੁਹਾਡੇ ਚ ਇਹ ਇੱਕ ਸਿੱਖੀ ਦੀ ਬਹੁਤ ਵੱਡੀ ਜਿਹੜੀ ਘਾਟ ਤੁਹਾਡੇ ਚ ਆ ਰਹੀ ਹੈ। ਪੰਜਾਬੀਆਂ ਚ ਕਸ਼ਮੀਰ ਦਾ ਮੁੰਡਾ ਕੇਸ ਨਹੀਂ ਕਟਾਏਗਾ ਮੁੰਡਿਓ, ਜੰਮੂ ਦਾ ਮੁੰਡਾ ਕੇਸ ਨਹੀਂ ਕਟਾਏਗਾ। ਉਹ ਜੋ ਦਾਸ ਬੇਨਤੀ ਕਰਦਾ ਸੀ ਸਜ਼ਾ ਦੀ, ਉਹ ਸਜ਼ਾ ਸਾਨੂੰ ਦਿੱਤੀ ਸੀ ਕਿ ਜਿਹੜਾ ਬੰਦਾ ਸਿੱਖ ਨਹੀਂ ਬਣਦਾ ਉਹਨੇ ਕੁੜੀ ਨਹੀਂ ਦੇਣੀ, ਉਹਦੇ ਘਰੇ ਰੋਟੀ ਤੇ ਨਹੀਂ ਜਾਣਾ, ਉਹਨੂੰ ਆਪਣੇ ਘਰ ਨਹੀਂ ਸੱਦਣਾ, ਉਹਦੇ ਘਰੇ ਕੋਈ ਪਾਠ ਨਹੀਂ ਕਰਨਾ।
जिद्दां मर्जी रहे जिद्दां मर्जी ना रहे। हुणे तुसीं कदों करोगे? तुहानूं तां इह गल्ले नहीं तुहाडे दिमाग 'च बड़ी होई, क्योंकि तुहानूं डर लगदा भी मैं छेती मर जाना, अगे मेरा लेखा होना है। जिन्हों तुसीं रोज़ चेते करते हैं कि धर्म चंगियाइयां बुराइयां बाचे धर्म हदूर, एक ही अर्थ ही दा। जेड़े तू चंगे काम करता जाना ते बुरे काम करता जाना, दो ही लिखे जाते हैं। चित्रगुप्त जब लेखा मंग है तब कौन पढ़ता तेरा ढक है। ये थोड़ी दिमाग में जमा हो जांदियां गल्लां भी मेरे तो किन्ने गलत हो गए, मेरे तो किन्ने चंगे हो गए। इन्हां चों निकलण वास्ते गुरु पातशाह ने थूरी बनाई हौमे दा नास पुट्टण नूं। हौमे दा नास केवल गुरु शब्द नाल पट्टिया जा सकदा, होर उहदियां जड़ां बहुत पताल तक गईयां ने। इस करके प्यारिओ, जिथों तक भी हो सकदा इन्हां गल्लां नूं धारण करो। कोई धर्म नहीं कहता भी करैक्टरलैस हो, कोई धर्म नहीं कहता दूजे दा बुरा करो। और तुसी बाहर एक सिख कौम है जिहड़ी कहंदी नानक नाम चढ़दी कला। अज तक किसी कौम ने सारियां कौमां दा भला नहीं मंगिया, पर तुसी अज सगे भरा दा लालच बस हो के बुरा कर लगे वे आ। हजे तुहानूं पता भी है भी बंदा खाली हथ ते नंगा आंदा ते खाली हथ ते नंगा तुर जांदा, और किसी टाइम भी तुर जांदा है। मैनूं चेते आण डिया इत्थों दा मेरा भरा सी एक, मेरे वांगू मैंटली अपसैट हो गया। वो गड्डी दे अगे जा नचण लग पिया। सीनिया दा सी, उहदा नाम मैनूं विसर गया है, चंचल सिंह। गड्डी दे अगे भंगड़ा पाण लग पिया ते गड्डी ने मारे फटका के। उन्हें कहने रखना सी, बख्शिश नहीं, बख्शी थोड़ा होना। पर उन्होंने उस टाइम मौत का कोई फिक्र नहीं सी भी मौत होंदी, कोई चीज़ के नहीं होंदी। इस करके तुसीं घबराए हो, ये तो डरन की गल नहीं। एक शरीर की तब्दीली आनी है, मरना नहीं असीं है, शरीर बदलना। जिदा आ कपड़े ला के दूजे कपड़े पाने इदा है, पर चंगे कपड़े पा के रखो चंगे कमल अमलों नाल। और जे थोड़े ग्रंथी चंगे होंदे, तुसीं कोई ग्रंथी की इज्जत नहीं की, सिंगर की बहुत इज्जत की। ਉਹਦੇ ਕੋਲ केवल गला ते कला है। इस इन्हां कीर्तनियां कोल भी गला ते कला है। कोई मैनूं थोड़ा सिंगर ऐदा फरी खाड़ा ला के दसे, कोई जिहड़े आंदे ने उन्हां दे जगराते करन वाले, वो मुफ्त फाड़ा आके खाड़ा ला के दसन। ये थोड़े भरा दिने काम करते हैं, रात नूं थोड़े दर्शन करते हैं, मुफ्त तुहानूं कीर्तन सुणाते हैं। और लाया वा प्रोजेक्टर ताकि तुहानूं गुरबाणी के अर्थ समझ लगन। तुसीं पिंडों पिंड ये गुरबाणी ऐदा ला सकते हैं। तुसीं अपने गुरुद्वारियां 'च इकट्ठे होकर सवेरे बैठ सकते हैं, शाम नूं बैठ सकते हैं। जे इकट्ठे रहोगे तो अपनी होंद बना के रखोगे। जे एक दूजे का बुरा कर लग पे तो आप भी मरोगे, दूजे नूं भी मारोगे। ये कोई चंगी सोच नहीं है तुहाडे वास्ते, जिहड़े कहंदे तेरे भाणे सरबत दा भला। अगली बेनती है कि गुरु प्यार वालिओ, अज मौका है, जे इकट्ठे रहोगे तो गुरु दियां खुशियां के पात्र बने रहोगे। मोर्चा असीं नहीं जितना, मोर्चा साडे गुरु ने जिताना है। पर उहदे सानूं सिद्ध होना चाहिए, सानूं अपने बलबोते ते मान नहीं होना चाहिए। जिन्हां भी अपने बलबोते ते मान किया वो फेल हो जाता। होए निमाणा जग रहो, नानक नदरी पार। पर जिहड़े काम करने असीं करने हैं, वो असीं सानूं गुरु पातशाह ने साडे कोलों कराने हैं। उन्हें उदा नहीं वरतना, साडे विच हो के वरतना हुंदा। सानूं उन्हां दा आसरा चाहिए, उन्हां दी टेक चाहिदी है। हिंदू अपने तरीके नाल चलदे ने, उन्होंने मुबारक है। मैं तो उन्होंने भी कहना भी सारे बंदे तुसीं सच्चे हिंदू बनो, ईसाई सारे सच्चे ईसाई बनो। पहले तो तुसीं नशे मुका दो, वो हजे भी मुका दो इन्हां नशियां नूं। कोई बंदा भंग चरस फीम जिन्ने भी नशे छड्डे ने, ये कलयुग दा बहुत वड्डी तुहाडे वास्ते गिरावट रखी हुई है। तुहानूं जिहड़ी शराब बेची गई उहदे ते लिखिया गया पीना सेहत लई हानिकारक है। वो मित्रों, जिहड़ा बंदा इनू इन्ना नहीं पता भी सेहत कितनी जरूरी चीज़ है, गुरदा की काम करदा, जिगर की काम करदा, फेफड़ा किवें काम करदा, दिमाग इहदे च किवें काम करदा, मेदा किवें खून बनादा। कदे सोचो बह के भी मेरा खून बनदा कितना होगा। कोई दुनिया की मशीन नहीं बनी हजे तक साइंस कोल, जिहदे च 4 रोटियां पा दो, 2 गिलास दुध दे पा दो, 1 कौली दाल दी पा दो, 1 दही दी पा दो, तो उसका खून बन जाए। कोई साइंस को मशीन नहीं बनी जिहदे इन्ना बरसन पा दो, इन्नी तूड़ी पा दो, 2 किलो फीड पा दो तो चिट्टा दुध बन जाए। कोई साइंस को मशीन नहीं बनी जिहड़ी ऐदां दी अख बना दे, आ बाल बना दे मशीन।
कोई खल बना दे, लत्त बना दे, कोई हड्डी बना दे, मशीन सीमेंट की हड्डी ला देंगे, इदा की नहीं बनेगी जिदा कुदरत ने बनाई है। इस करके खास करके नौजवान वर्ग इस गल चुको, नहीं तो तुम 4 दिन तो बाद थोड़ी वो हालत होनी है जी देखने वाली नहीं है। जिन्ना चिर तुम संजीत नहीं लेंदे, सियाणे नहीं बनते, अपने पिंडां च किवें इकट्ठे होना, कोई झूठा केस बिठाने नहीं जान देना, पिंड के नशे वेचण वाले नूं उहदा घर घेरना, उत्थे फिर तख्ती ला देनी है। ये सारे डरते ने वोटां करके काम खराब होया वा, जिन्ना भी होया वा। सरपंच भी डरदा वोटां तो, MLA भी वोटां तो डरते हैं। ये वोटां तो डरते भी साडियां वोटां खराब होणियां, बंदे खराब हो जाते कोई गल नहीं, वोटां ना खराब हो जाना। ये मर जाण सारे शराब पी पी के, ये मर जाण समैक लैके। थानू अपनी हथी अपना आपे ही काज सवारना पैना, चाहे बिगाड़ लो चाहे सवार लो। इस करके पिंडों पिंडी इकट्ठे हो, नाल सवेरे गुरु चरणों च बैठो। ये गुरुद्वारा कद लई बने हैं, स्कूल कद लई बने हैं, ये विद्या के अदारे कद लई बने हैं। सारे न्याणे असीं प्राइवेट स्कूलों च पढ़ा रहे हैं, वो साडे ते बोझ पै रहा। सरकारी स्कूल में जमीन असीं दित्ती है, मास्टरां नूं तनख्वाह असीं दे रहे हैं, साडे टैक्सां विच सारा कुछ हो रहा। MLA नूं असीं पेंशनां दे रहे हैं, उन्होंने जैड सिक्योरिटियां दे रहे हैं। तुसीं लोग थानू अपने आप की होंद ही नहीं पता भी तुसीं की है, तुसीं तो शराबी हैं अपने आप को बने हुए। भारत की तरक्की वास्ते असीं टैक्स कटा रहे हैं, पंजाब वास्ते असीं टैक्स कटा रहे हैं। हुण मैं थानू बेनती करदा भी जिथों तुसीं घर बनाया, माड़ी मोटी पढ़ाई की है, देश वास्ते कुछ किया, पंजाब वास्ते कुछ टैक्स कटा दिता, तुसीं हुण अपनी कौम वास्ते की कीता, वो जरा कल्ले बह के किते सोचो भी मैं सिख कौम बारे की कीता। इहदे बारे ये कौम बारे मेरी कोई जिम्मेवारी बनती कि मेरे किसी होर बंदे की जिम्मेवारी बनती है, कि मुसलमानों की सिख कौम बारे जिम्मेवारी बनती है, कि ईसाइयों की सिख कौम बारे जिम्मेवारी बनती है। वो तो दूसरे टुटे टुटे लोगों को उन्होंने को जाके पादरियां को जाके अपन दुआ करान लग पे, कबरां ते तुसीं मत्था टेकण लग पे। ਜਿਹੜਾ मक्का गुरु नानक साहब के चरणों नाल घुम गया सी, मक्का शरीफ जिथे मुसलमानों का सजदा हुंदा, उन्हां दी एक पीर दी पीरखाने ते जाके तुसीं मत्था टेकणे है। जिहड़े पीर इथों कढ़िया, किस तरीके नाल गुरु पातशाह ने रहमत की है, भाई मंझ वर्गियां नूं पीरखानियां तो रोक के अपने सिख बना के उन्होंने नवा जीवन फूकिया। अज तुसीं ओह सिख होने के बावजूद उन्हां कबरां ते जाके उन्हां नूं पास कराओ, वो थानू कुछ दे दोगा, थानू कोई भी कुछ नहीं देगा। जे देगा तो एक परमात्मा तो थोड़ी मेहनत देगी। और मत सोचो भी सानू कोई बाबा पास करा दूगा, या सानू कोई न्याणा दे दूगा, या साडा कोई काम तोड़ दूगा। काम थानू अपन हथी अपना आपे ही काज सवारने पैने हैं सारे दे सारे। ते सिद्धांत लैना जीण दा ते श्री गुरु ग्रंथ साहब तो लो सारे सिख, हिंदू लैन गीता रामायण तो, मुसलमान लैन अपने कुरान तो, ईसाई लैन अपने बाइबल तो। आपो अपनी थां ते चलीए, आप अपनी लड़कियां नूं अच्छा एजुकेटेड भी करिए ते सिੱਖੀ च परपक्क करिए। थोड़ा किता कुड़ी नूं छड्डण दा यतन ना करो। ब्याह नूं तुसीं इकट्ठे हो के जिहड़े तुरदे हैं, जिहड़ी इत्थे इस धरती तो संतां ने माड़ी मोटी पड़त पाई सी भी थोड़े जे बंदे जाके सादे तो सादा ब्याह किया जाए। अज मैनूं दुख है उन्हां दे डेरियां ते जाके उस तरीके दे जश्न मनाए जा रहे हैं जिहड़े उन्हें कदे जिंदगी विच नहीं सी सोचा भी कल नूं इदां होएगा। इत्थे सिख रहत मर्यादा पढ़ो, रूल ऑफ कंडक्ट सिखिज्म, उहदे पढ़ो भी किस तरीके नाल उन्हां दे संस्कार दिता होया, किस तरीके नाल मृतक संस्कार है, किवें सिख दा नाम असीं सिंह रखदे हैं ते कौर रखदे हैं, किवें हुक्मनामा लैंदे हैं, किस तरीके नाल असीं देग तैयार करदे हैं। ये पहला धर्म है जिथे कड़ाह प्रसादी देग बनदी है, बराबर मिठा घ्यो ते आटा पा के इनू 2 बाणियां नाल पड़ियां जांदियां ने, इनू फिर उच्चे थां ते रखिया जांदा, सिर ते चुक्किया जांदा, तां असीं कहने देग तेग फतेह। ये वो धर्म है। थानू इधर तोड़ दिता गया, थानू खेरू खेरू करके थोड़े थोड़े बंदियां नूं अपने अपने नाल जोड़िया गया। मैं देखदा जिहड़े चंगे महापुरखां ने कोई कमाई की है, उस तो बाद उन्हें मेरे सामने किसी ना किसी नूं गद्दी नहीं दी अज तक। वो गद्दी है नहीं सी कोई भी, वो तक महापुरख सी। बाद च किसी ने इधर खिंच के लै गया, कोई इधर खिंच के लै गया, कोई आंदा इहदे च बाबा वड़ गया, कोई आंदा इहदे च वड़ गया, कोई आंदा इहदे च वड़ गया। ते इहदा मतलब गुरु नानक कल्ले लैणे च वंडे ने, जे लैणे च वंडे ने तो उन्हां दे पैरां ते मत्था टेकणे ने। लैणा नानक जी लैणे दे पैरां ते की करदे ने? मत्था टेकणे। टिक्यों टिक्का लाया, टिक दिता उन्हें,
नानक ने लैना टिक दिता, लैने ने अंगत टिक दिता, ते अंगत ने अमरदास नूं बाल देते निमाणियां दा मान। वो तैनूं जलाई कहंदी पुत तू तां उहनूं की पता कमली नूं, तू तां निमाणियां दा मान होना, नताणियां दा ताण होना, न्योटियां दी न्योट होना, निआसरियां दा आसरा होना। इस करके रामदास निआसरा सी, जतीम सी, माँ प्यो मरे सन, वो सी निआसरियां दा आसरा अमरदास, जिन्हें अपनी धी दिती, बिना जात गोद बचारे तो दिती, बिना उहदी कुछ इनकम पुछ कर दिती है, और बिना किसी दाज दहेज ते दिती है। सिख धर्म च दाज मना किया होया, शुभ गुणों का दाज देने का हदायत है। बहुत कुछ है जिहड़ा मेरे को इन्ना समा नहीं जिहड़ा अपने मैं सांझ पावां। गुरु के कीर्तनी आप जी की सेवा लिए बैठे ने, कोई 1.5-2 घंटे हजे तक कीर्तन चलना जिन्ना हो सके। सो हाथ जोड़ के बेनती है, किसी ना खुल के विचार करनी हो, जो मेरा मन मोटा दिमाग ठीक होगा मेरे को जो मर्जी आ जाओ, ਜਾਂ ਤੁਸੀਂ बेशक ਇੰਨਾ कुछ ना करो, जे मेरे को थोड़ी जी गुरु पातशाह मैंने बल पा देन माड़ा मोटा, मैनू जो मर्जी सद लो, एक भी पैसा थोड़ा नहीं खर्चाऊंगा, ये स्पीकरों से नहीं खर्चाऊंगा। हुण भी मैनू दुख लगता जो साडे कोल बंदा आंदा, मैं सब तो उन्होंने पुछदा भी तू काहदे ते आया, ये मेरे को आने वास्ते कितने 10 रुपये भी लगन तो मैनू पिंच कर देन भी ये बेचारे 10 रुपये बड़े कीमती है जो मेरे ते आके लाण लगे। अज पैसे की दुनिया है, इस करके जे तुसी पिंड दे गुरुद्वारे सिटिंग लाओ, इत्थे कुड़ियां दे नद कारज करो, इहदे नाल छोला लंगर हार बनाओ, उसे दीवान हाल में अज दा असीं कीर्तन रचदे, कोई एडी प्रॉब्लम नहीं सी। अगर डुगड़ सानू जे ज़्यादा नहीं, थोड़ा ही पैसा है, ये मेरा ख्याल ज़्यादा नहीं तो 25-30 हज़ार रुपये का सारा खर्चा है, मामूली है, ये तो वध चाहिए। उधर जनरेटर लगन दिया, उहदा तेल फूकण ने आपां सारे का सारा, तो जे तुसीं कुछ भी नहीं करना, इन्हां दे सहयोगी भी नहीं बनना, तो गुरु की भी गल नहीं सुननी, थोड़े च आदत पै गई है कि जिन्नियां कोई बंदा मर्जी गल्लां करी जाए, तुसीं चुप करके सुनी जाओ। उहदे बाद जिद्दां कहंदे हुंदे भी पंचां सरपंचां दा आखिया सिर मत्थे ते परनाला उत्थे दा उत्थे। ते नशे वाले बारे मैं बेनती करता हुन्ना भी ना तो उसकी सेहत रहेगी, सेहत तो चंगे भले बंदे, मैं ना 6 रोटियां खाण वाला 8 रोटियां खा ले तो सेहत खराब, दुध पीण वाला 3 किलो दुध कट्ठा पी ले तो सेहत खराब, घ्यो खाण वाला अद्धा किलो घ्यो कट्ठा खा ले तो सेहत खराब। तुसीं तां दौड़ शराब दी पी जाने, कई 2-2 पीण डे ने बोतलां। आ की हालत थोड़ी, किधर नूं चलोगे गा, सेहत नहीं रहेगी। दूसरी बंदियां नूं लोड़ है इज्जत दी, नशे वाले बंदे दी ना घर विच इज्जत होएगी ना उसदी समाज विच इज्जत होएगी, मूंह नुमा लुकूगा। नशे वालियां च उहदी इज्जत होगी उन्ना चिर जिन्ना चिर नशा पीता नहीं, जदों पी लिया तो वह भी छितरो छितरी होणगे, इज्जत गई, सेहत गई। मित्रों, तीजी चीज पैसा, जिहड़ा पैसा सारे टब्बर दा है, वो पैसा कल्ले बंदे ने शराब च फूक दिता और सेहत खराब कर ली, काम कर तो रुचि खत्म हो गई, मेहनत का सुभाव खत्म हो गया, पैसा भी गया, सेहत भी गई, इज्जत भी गई। चौथी चीज असी बंदे घर बनाने, ये डंगर ना उन्होंने घर की लोड़ है, ना डंगरां नूं पैसे की लोड़ है, ना डंगरां नूं इज्जत की लोड़ है। जिहड़े मर्जी मझ नूं कुट दो, 100 मझां गुजरदियां हैगियां उहदे च कल्ली वड़ जाएगी, उन्होंने शर्म नहीं आएगी भी मैनूं कहंदे बाकी मझां कहणगियां तूं अज कित्थों मार खा के आ गई। थानूं माड़ी जी कोई गल कर जे पिंड दा बंदा, तुसीं मरण तक चले जाने, ये हुंदी इज्जत। पर अज तुहाडी इज्जत नशे वाले बंदे दी कोई भी इज्जत नहीं है। सड़क ते रुलदी उहदी पग, मूँह किते तुनिया हुंदा। एक नशे वाला किते दीवान लग्या सी, उत्थे आके बह गया, आंदे उत्थे बड़ा वड्डिया दीवान लगदा, चल सुन चलीए, ओए बह के किते पिछे जे बहिंदे हुंदे, ढोल आ के बह गया तो उसदा मूँह खुल गया किते जानू, किते किसी दे इन्हां नाल जड़ियां बीबियां बूदियां इन्हां नाल कोई कुत्ता आ गया, इन्हां नूं हत्थ हुंदी है लत्त चुक के पेशाब करन दी। उन्हें देखा भी रुख जिहा डंडा जिहा खड़ा, उहदा मूँह खुलिया सी, उहदा पेशाब किया तो उहदे अंदर लंघ गया, उन्होंने पता नहीं लग्या अमली नूं। जदों जांदे वो आंदे भी बड़ा सोहना की आंदा, यार थानू आंदा सोहना होया, मेरे वाले तो मैनूं तो फिक्का फिक्का लगदा। फिक्का की लगना है, पेशाब कुत्ते दा है। आ हालत इन्हां लोकां दी, इज्जत इन्हां दी की होनी है। सो मैं हुण ज़्यादा नहीं गल्लां करनियां, कीर्तनीए बैठे ने।
ਦੂਜੇ ਥਾਂ ਫਿਰ ਜਾਣਾ। ਇੱਕੋ ਹੀ ਤਮੰਨਾ ਵੀ ਤੁਹਾਡੇ ਸਿੱਖੀ ਦੀ ਭਾਵਨਾ ਜਾਗ ਪਾਏ, ਤੁਹਾਨੂੰ ਮੌਤ ਚੇਤੇ ਆ ਜਾਏ, ਤੁਹਾਨੂੰ ਅੱਗੇ ਜਿੱਥੇ ਜਾਣਾ ਉਹਦੇ ਬਾਰੇ ਥੋੜ੍ਹਾ ਜਿਹਾ ਅਹਿਸਾਸ ਹੋ ਜਾਏ, ਤੇ ਤੁਸੀਂ ਜੇ ਬਹੁਤੇ ਚੰਗੇ ਕੰਮ ਨਹੀਂ ਕਰ ਸਕਦੇ ਤੇ ਮਾੜੇ ਕੰਮ ਕਰਨੋਂ ਹਟ ਜਾਓ, ਜੇ ਜ਼ਿਆਦਾ ਸੱਚ ਨਹੀਂ ਬੋਲ ਸਕਦੇ ਝੂਠ ਤੋਂ ਪਿੱਛੇ ਹਟ ਜਾਓ, ਜੇ ਤੁਸੀਂ ਕਰੈਕਟਰ ਉੱਚਾ ਨਹੀਂ ਕਰ ਸਕਦੇ ਤੇ ਇਹਨੂੰ ਆਪਣੇ ਬੱਚਿਆਂ ਤੱਕ, ਆਪਣੀ ਘਰ ਦੀ ਤੱਕ ਸੀਮਿਤ ਹੋ ਜਾਓ। ਤੁਹਾਡੀ ਘਰ ਨੂੰ ਮਿਲਣੀ ਹੈ। ਮੈਨੂੰ ਤਾਂ ਕਹਿਣਾ ਪੈਂਦਾ ਵੀ ਜਿੰਨਾ ਚਿਰ ਕੁੜੀ ਦਾ ਤੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਸਾਡੀ ਦੁਨਿਆਵੀ ਆਪਣੇ ਧਰਮ ਦੀ ਉਹਦੇ ਮਰਿਆਦਾ ਅਨੁਸਾਰ, ਉਹਨਾਂ ਚਿਰ ਕੁੜੀ ਤੇ ਮੁੰਡਾ ਆਪਣੇ ਸਰੀਰ ਨੂੰ ਜ਼ਾਬਤੇ 'ਚ ਰੱਖਣ। ਕੁੜੀ ਰੱਖੇ ਆਪਣੇ ਸਰੀਰ ਨੂੰ ਇੱਕ ਸਿੱਖ ਮੁੰਡੇ ਵਾਸਤੇ ਸੰਭਾਲ ਕੇ, ਤੇ ਮੁੰਡਾ ਰੱਖੇ ਆਪਣੇ ਸਰੀਰ ਨੂੰ ਇੱਕ ਸਿੱਖਾਂ ਦੀ ਕੁੜੀ ਵਾਸਤੇ ਸੰਭਾਲ ਕੇ। ਜਿੱਦਣ ਆਨੰਦ ਕਾਰਜ ਹੋ ਗਏ ਸਮਾਜ ਵਿੱਚ ਹੋਣ, ਮੋਬਾਈਲਾਂ ਨਾਲ ਨਾ ਹੋਣ, ਸਮਾਜ ਵਿੱਚ ਹੋਣ, ਮਾਂ ਪਿਓ ਖੁਦ ਕਰਨ ਦੋਏ ਸਹਿਮਤੀ ਨਾਲ, ਉਹਨਾਂ ਨੂੰ ਦੂਰ ਅੰਦੇਸ਼ੀ ਹੁੰਦੀ ਹੈ। ਉਦੋਂ ਦੋਏ ਫਸੇ ਹੁੰਦੇ ਨੇ, ਫਸੇ ਟੱਕਰਾਂ ਮਾਰਦੇ ਹੁੰਦੇ ਨੇ, ਮਾਂ ਸਹਿਮਤ ਨਹੀਂ, ਪਿਓ ਸਹਿਮਤ ਨਹੀਂ। ਮੇਰੇ ਕੋਲ ਬੜੇ ਕੇਸ ਆਉਂਦੇ ਨੇ, ਮੈਂ ਤਾਂ ਬੋਲਦਾ ਇਹ ਗੱਲਾਂ। ਸਹਿਮਤ ਕੋਈ ਨਹੀਂ ਹੈ, ਚੱਲ ਮੇਰੀ ਕੋਈ ਅਰਦਾਸ ਕਰ ਦਿਓ, ਮੇਰਾ ਕਿਸੇ ਦਾ ਵਿਆਹ ਹੋ ਜਾਏ। ਹਜੇ ਉਹਨੂੰ ਕੱਖ ਨਹੀਂ ਪਤਾ ਵੀ ਉਹਨਾਂ ਕਿੱਦਾਂ ਦਾ ਨਿਕਲਣਾ, ਕਿੱਦਾਂ ਦਾ ਨਹੀਂ ਨਿਕਲਣਾ। ਮੇਰੇ ਕੋਲ ਐਸੇ ਵੀ ਕੇਸ ਆਏ ਹੈ ਜਿਹੜੇ ਮੁੰਡੇ ਨੇ ਇੱਕ ਕੁੜੀ ਨੂੰ ਕੱਢਿਆ ਤੇ ਉਹ ਪਹਿਲਾਂ ਵਿਆਹਿਆ ਹੋਇਆ ਸੀ, ਉਹਦੇ 1-2 ਨਿਆਣੇ ਸਨ, ਤੇ ਉਹਨੂੰ ਕੋਈ ਨਹੀਂ ਦੱਸਿਆ ਵੀ ਮੈਂ ਪਹਿਲਾਂ ਵੀ ਵਿਆਹਿਆ ਕਿ ਨਹੀਂ ਵਿਆਹਿਆ। ਐਦਾਂ ਦੇ ਕੇਸ। ਇਸ ਕਰਕੇ ਇੱਜ਼ਤ ਨਾਲ ਆਪਣੇ ਘਰ ਤੋਂ ਉੱਠੋ, ਇੱਜ਼ਤ ਨਾਲ ਅਗਲੇ ਘਰ 'ਚ ਜਾਓ, ਉੱਥੇ ਜਾ ਕੇ ਇੱਕ ਵਧੀਆ ਮਾਹੌਲ ਪੈਦਾ ਕਰੋ। ਭਾਵ ਮਾਂ ਪਿਓ ਦੀ ਇੱਜ਼ਤ ਹੈ, ਸਾਡੇ ਦੇਸ਼ ਦੀ ਇੱਜ਼ਤ ਹੈ। ਇਸ ਤਰੀਕੇ ਨਾਲ ਜਤੀ ਸਤੀ ਰਹਿਣ ਦਿਓ। ਉਹ ਤੋਂ ਬਾਅਦ ਜਦੋਂ ਪਤੀ ਪਤਨੀ ਦਾ ਸੰਬੰਧ ਬਣ ਗਿਆ ਫਿਰ ਆਪਣੇ ਬੱਚੇ ਪੈਦਾ ਕਰੋ। ਹੁਣ ਮੈਨੂੰ ਰਸਤੇ 'ਚ ਇੱਕ ਬੰਦਾ ਚੜ੍ਹਾਉਣ ਆਇਆ ਸੀ, ਇੱਕ ਬੰਦੇ ਨੂੰ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਨਿਆਣੇ ਕਿੰਨੇ ਆਂਦਾ? 2। ਮੈਂ ਕਿਹਾ ਹੋਰ ਇੱਕ ਜਮ ਮੈਂ ਤਾਂ ਕਹਿ ਦਿੱਤਾ। ਆਂਦਾ ਮੈਂ ਵੀ ਠੀਕ ਹੈ ਜੀ। ਮੈਂ ਕਿਹਾ ਚਲੋ ਇੰਨੀ ਠੀਕ ਹੈ, ਚਲੋ ਤੇ ਨਹੀਂ ਹੋ ਜਾਣ। ਹੁਣ ਉਹਦਾ ਇੱਕ ਰੇਸ਼ੋ ਬਣਾਉਣੀ ਪੈਂਦੀ ਜੀ। ਅਸੀਂ 50 ਬੰਦੇ ਆ ਤੇ 50 ਕੁੜੀਆਂ, 50 ਮੁੰਡੇ ਤੇ 50 ਕੁੜੀਆਂ। ਇੱਕ ਕੁੜੀ ਮੁੰਡੇ ਨੂੰ ਜੋੜਿਆ ਤੇ ਕਿੰਨੇ ਹੋ ਗਏ? ਆਪਾਂ ਟੱਬਰ ਕਿੰਨੇ ਬਣੇ? ਹੁਣ 100 ਬੱਚਿਆਂ 'ਚੋਂ ਟੱਬਰ ਕਿੰਨੇ ਬਣੇ? 50 ਟੱਬਰ ਬਣੇ। ਇੱਕ ਕੁੜੀ ਮੁੰਡਾ ਜੁੜਿਆ ਤੇ ਇੱਕ ਟੱਬਰ ਬਣਿਆ। 50 ਕੁੜੀਆਂ ਨੇ ਤੇ 50 ਮੁੰਡੇ ਦੇ 50 ਟੱਬਰ ਬਣ ਗਏ। ਹੁਣ 50 ਟੱਬਰਾਂ ਦੇ ਜੇ ਅੱਗੇ ਇੱਕ ਨਿਆਣਾ ਜੰਮਿਆ ਤੇ ਟੱਬਰ ਕਿੰਨੇ ਰਹਿ ਜਾਣੇ? 25। 50 ਥੋੜਾ ਰਹਿ ਜਾਣਾ। 2 ਤੋਂ ਇੱਕ ਨਿਆਣਾ ਜੰਮਿਆ, ਅੱਧੇ ਹੋ ਗਿਆ। ਹੁਣ ਜੇ 2 ਨਿਆਣੇ ਜੰਮੇ ਤੇ 100 ਦਾ 100 ਹੋਣਾ। 100 ਦੇ ਵਿਆਹ ਹੋ ਜਾਣੇ, 100 ਦੀ ਉਮਰ ਪੂਰੀ ਹੋ ਜਾਣੀ, 100 ਦੇ ਘਰ ਨਿਆਣੇ ਹੋ ਜਾਣੇ, 100 ਕੁੜੀ ਨਾਲ ਆਪਣੇ ਪਰਿਵਾਰ ਵਿੱਚ ਰਹਿਣਾ। ਇਹ ਅਗਲੀ ਗੱਲ ਹੈ। ਹੁਣ ਜੇ ਅਸੀਂ 3 ਜੰਮੀਏ ਤੇ ਕਿੰਨੇ ਹੁੰਦੇ ਨੇ? ਫਿਰ 150 ਬੱਚਾ ਹੁੰਦਾ। 50 ਟੱਬਰਾਂ ਦਾ ਕਿੰਨਾ ਬੱਚਾ ਹੁੰਦਾ? 150 ਹੁੰਦਾ। ਇੱਕ ਨਾ ਬੜਾ ਸੋਹਣਾ ਰੇਸ਼ੋ ਬਣਾਈ ਹੈ ਵੀ ਜੇ ਤੁਹਾਡੇ 2 ਮੁੰਡੇ ਤੇ 2 ਕੁੜੀਆਂ ਤੇ ਤੁਹਾਡੇ ਤਕਰੀਬਨ ਇੱਕ ਰਿਸ਼ਤਾ ਮੁੱਕਦਾ, ਬਾਕੀ ਸਾਰੇ ਰਿਸ਼ਤੇ ਰਹਿ ਜਾਂਦੇ ਨੇ। ਜੇ ਤੁਹਾਡੇ 2 ਮੁੰਡੇ ਨੇ ਤੇ ਇੱਕ ਕੁੜੀ ਹੈ, ਉਹ ਕੁੜੀ ਦੇ ਬੱਚਿਆਂ ਦੀ ਕੋਈ ਵੀ ਮਾਸੀ ਜਾਂ ਮੁੰਡੇ ਦੇ ਬੱਚਿਆਂ ਦੀ ਕੋਈ ਵੀ ਮਾਸੀ ਹੋਰ ਨਹੀਂ ਰਹੇਗੀ। ਤੇ ਭੂਈ, ਫੁੱਫੜ, ਮਾਸੜ, ਮਾਸੀ, ਇਹ ਰਿਸ਼ਤੇ ਤੁਹਾਡੇ ਖੂਨ ਦੇ ਨੇ। ਇਹ ਤਕਰੀਬਨ ਜੇ ਇੱਕ ਮੁੰਡੇ ਤੇ ਆ ਗਏ ਜਾਂ ਇੱਕ ਕੁੜੀ ਤੇ ਆ ਗਏ ਜਾਂ ਇੱਕ ਮੁੰਡਾ ਕੁੜੀ ਤੇ ਆ ਗਏ, ਅਗਲੀ ਮਤਲਬ ਤੁਹਾਡਾ ਪੋਤਰਾ ਜਿਹੜਾ ਹੋਗਾ ਇਕੱਲੇ ਦੁਨੀਆ ਤੇ ਖੜਾ ਹੋਗਾ, ਉਹਨੂੰ ਕੋਈ ਮਾਸੀ ਮੂਸੀ ਦਾ ਕੋਈ ਮੁੰਡਾ ਨਹੀਂ ਮਿਲੂਗਾ। ਤੁਹਾਡੀ ਐਸੀ ਹਾਲਤ ਹੋਣੀ। ਉਹ ਖੜਾ ਰਹੇ ਤਾਂ, ਜੇ ਗਮ ਨਾਲੇ ਮਰ ਜੇ ਤਾਂ ਮੈਂ ਨਹੀਂ ਕੁਝ ਵੀ ਕਹਿ ਸਕਦਾ। ਆ ਸਾਡੇ ਕੋਲ ਇੱਕ ਬਟਾਲੇ ਦਾ ਬੰਦਾ ਸੀ, ਵਿਚਾਰਾ ਚੰਗਾ ਮੁੰਡਾ ਸੀ, ਇੱਕੋ ਮੁੰਡਾ ਸੀ। ਉਹ ਮੁੰਡਾ ਸੋਹਣਾ ਚੋਲਾ ਵੀ ਪਾਉਂਦਾ ਸੀ, ਤਬਲਾ ਵੀ ਸਿੱਖਿਆ ਸੀ, ਬੜਾ ਧਾਰਮਿਕ ਨੇਚਰ ਦਾ ਸੀ। ਮਾਂ ਪਿਓ ਨੇ ਬੜੇ ਚਾਅ ਨਾਲ ਪਾਲਿਆ ਤੇ 15 ਸਾਲ ਦੀ ਉਮਰ ਵਿੱਚ ਉਹ ਮੁੰਡੇ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹ ਅੱਜ ਤੱਕ ਆਪਣਾ ਘਰ ਛੱਡ ਕੇ ਨਿਕਲ ਗਏ ਦੋਏ। ਹੁਣ ਇੱਕ ਘਰ ਮੁੱਕ ਗਿਆ ਕਿ ਰਹਿ ਗਿਆ? ਘਰੇ ਛੱਡ ਕੇ ਚਲੇ ਗਏ। ਕਿਤੇ ਤੀਰਥਾਂ ਤੇ ਜਾ ਕੇ ਬੈਠੇ, ਕਦੇ ਉੱਥੇ ਚਲੇ ਜਾਂਦੇ ਅਨੰਦਪੁਰ ਸਾਹਿਬ, ਕਦੇ ਉੱਥੇ ਜਾ ਕੇ ਦਮਦਮਾ ਸਾਹਿਬ ਜਾ ਕੇ ਉੱਥੇ ਆਪਣਾ ਭਾਂਡੇ ਭੁੰਡੇ ਮਾਂਜ ਕੇ ਲੰਗਰ ਪਾਣੀ ਛਕ ਲੈਂਦੇ। ਆਹ ਹਾਲਤ ਹੋ ਰਹੀ ਹੈ। ਇਸ ਕਰਕੇ ਕਾਫੀ ਸੰਜੀਦਗੀ ਨਾਲ ਅੱਜ ਸਾਨੂੰ ਸੋਚਣ ਦੀ ਲੋੜ ਹੈ, ਦੂਰ ਅੰਦੇਸ਼ੀ ਦੀ ਲੋੜ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ। ਸਭ ਕੁਝ ਕੀਤਾ ਜਾ ਸਕਦਾ, ਜੇ ਤੁਸੀਂ ਬਲ ਧਾਰੋ ਤਾਂ ਕੀਤਾ ਜਾ ਸਕਦਾ। ਐਸੀ ਕੋਈ ਗੱਲ ਨਹੀਂ ਹੈ। ਇਹ ਗੱਲ ਬੜੀ ਜ਼ਰੂਰੀ ਹੈ। ਹਜੇ ਵੀ ਮੁਸਲਮਾਨਾਂ ਦੇ 7 ਨਿਆਣੇ ਮੈਂ ਤੁਹਾਨੂੰ ਦੱਸੂਗਾ। ਇਸ ਕਰਕੇ ਸਰਕਾਰ ਉਹਨਾਂ ਤੋਂ ਕੰਬਦੀ ਹੈ ਵੀ ਇਨੀ ਅੱਗੇ 'ਚ ਵੋਟਾਂ 'ਚ ਹਿੰਦੂਆਂ ਨਾਲ ਵੀ ਰਹਿ ਜਾਣੇ ਤੇ ਸਿੱਖਾਂ ਨਾਲ ਵੀ ਰਹਿ ਜਾਣੇ। ਕੌਣ ਆ ਜਾਣੇ? ਸਾਰੇ ਮੁਸਲਮਾਨ ਆ ਜਾਣੇ। 50 ਦੇਸ਼ ਨੇ ਉਹਨਾਂ ਦੇ। ਮੈਨੂੰ ਦੁੱਖ ਆ ਵੀ ਸਿੱਖਾਂ ਦਾ ਮੈਂ ਇੱਕ ਪਿੰਡ ਨਹੀਂ ਅੱਜ ਤੱਕ ਦੇਖਿਆ ਜਿਹੜੇ ਪਿੰਡ ਦੇ ਸਾਰੇ ਬੰਦੇ ਕਿਸੇ ਬਾਬੇ ਕੋਲ ਨਾ ਜਾਂਦੇ ਹੋਣ, ਕਿਸੇ ਹੋਰ ਜਿਹੜੇ ਕਬਰਾਂ ਤੇ ਨਾ ਜਾਂਦੇ ਹੋਣ, ਧਾਗਾ ਤਵੀਤ ਜੰਤਰ ਮੰਤਰ ਟੂਣਾ ਟਮਾਣਾ ਠੇਕਾ ਠੂਕਾ ਸਮੈਕ ਕੋਈ ਚੀਜ਼ ਨਾ ਲੈਂਦੇ ਹੋਣ, ਸਾਰੇ ਸਵੇਰੇ ਗੁਰਦੁਆਰੇ ਇਕੱਠੇ ਹੋ ਕੇ ਬਾਣੀ ਪੜ੍ਹਦੇ ਹੋਣ,
पिंड 'च एक दूजे नूं प्यार नाल मिलदे होण ते कहंदे होण वाहिगुरू जी का खालसा वाहिगुरू जी की फतेह। सारिਆਂ ਕੋਲ 5-5 ਕੱਕੇ ਹੋਣ ਤੇ ਸਾਰਿਆਂ ਦੇ ਮੂੰਹ 'ਚ ਜਪਜੀ ਸਾਹਿਬ ਮੂਲ ਮੰਤਰ ਦੇ ਜਾਪ ਹੋਣ ਤੇ ਸਾਰੇ ਆਪਣੀ ਧਰਮ ਦੀ ਕਿਰਤ ਕਰਦੇ ਹੋਣ। ਉਹ ਪਿੰਡ 'ਚ ਕਦੇ ਵੀ ਜੇ 5 ਗੱਲਾਂ ਤੁਸੀਂ ਰੱਖ ਲਓ ਨਾ, ਹਜੇ ਵੀ ਝੂਠ ਛੱਡ ਦੋ, ਠੱਗੀ ਠੋਰੀ ਛੱਡ ਦੋ, ਚੋਰੀ ਤੇ ਯਾਰੀ ਛੱਡ ਦੋ, ਪੁੱਠੇ ਕੰਮ ਤੇ ਚੌਥਾ ਹੈਗਾ ਨਸ਼ੇ ਛੱਡ ਦੋ ਤੇ ਇੱਕ ਹੈਗਾ ਜੇ ਕਰੋ ਤੇ ਕਿਸੇ ਦਾ ਭਲਾ ਕਰੋ, ਭਲਾ ਨਹੀਂ ਕਰ ਸਕਦੇ ਕਦੇ ਵੀ ਬੁਰਾ ਨਾ ਕਰੋ। ਤੁਹਾਨੂੰ ਕਦੇ ਵੀ ਥਾਣੇ ਜਾਣ ਦੀ ਲੋੜ ਕਿਸੇ ਨੂੰ ਵੀ ਨਹੀਂ ਪੈ ਸਕਦੀ। और एक पिंड विच मैं इन्हां नूं वीरां नूं समझाउंदा भी आपां कर लैंदे भी पिंड विच असीं सारी अपनी सप्लाई करदे। 60 साल पिछे जाके मोबाइलां बंद कर दिंदे, असीं डीजल बंद कर दिंदे खरीदना, असीं सारा दुੱਧ बाहर भेजना बंद करदे, कमाद सारी बंद करदे बाहर भेजने, अपने पिंड जोगा पीड़दे उन्ना के रखदे, बाकी पैली च डंगर छड्डदे, पैली भी ठीक हो जानी सी, पानी भी उपर आ जाना सी ते खादां भी ना पांदे, ओही देसी रूड़ियां ऑर्गेनिक खेती करदे ते जिद्दां दी साडा पहला काम सी उत्थे आ जांदे। मिट्टी दे तੀਲ ਦੇ ਦੀਵੇ फूक ਲੈਂਦੇ, पैदल इत्थों नशहरे चले जाते। मैं पैदल नशहरे तो घूमणी आंदा रहा दिहाड़ी 2 वार, सवेरे जाना इत्थे जाना संतां दे दर्शन करन, मुड़ के आ जाना, शाम नूं मेरी ड्यूटी फिर ऑफ होनी, फिर मैं इधर आ जाना। पैदल ही चलिया, पता नहीं कितना चिर पैदल चलिया। इस करके मेरा मतलब सी वो काम ठीक सी। या फिर साइकिल रखे, मतलब आ जिहड़ियां चीज़ां ने जिन्नियां असीं इन्हां दे थल्ले लगे, इन्हां चीज़ां नाल थल्ले लगे। एसी बंद कर दईए, कोई एसी ना लाइए, वो पखे अपने हत्थां वाले रखीए, कोई होर बहुती वड्डी कोठी ना बनाईए, सादा जिहा मिट्टी दे घर बना लीए, कोई गल नहीं, इट्टां उट्टां भी नहीं लवांगे। बट मैं ना सारे काम तुसीं इन्हां दे बंद कर सकदे आ, पर तुहानूं आना थोड़ा जिहा पिछे पैना। हुण तुसीं फसे ने भी ना तां तुहाडी एसी तो बिना जान छुट्टनी है, ना तुहाडों मोटरसाइकिल तो बिना जान छुट्टनी, मोबाइल ना तां तुहाडे दिने रात तुहानूं खाना। ये चीज़ां तुहानूं ऐसियां अमल देते है, ये समैक नालों भी भैड़ियां चीज़ां तुहानूं दित्तियां होईयां। ये ना सोचो भी असीं गुलाम नहीं, तुसीं ना बत्ती दे गुलाम होए पए। ये सारा कुछ बंद हो जाता ते सारी उन्होंने नानी चेते आ जाती। साडी पिंड दा कोई भी चीज़ बाहर ना जाती, दाल सब्जी कणक कोई घ्यो अपना जिहड़ी हैगे ने साडे चौल ने जां गन्ना है दुध है, कोई भी चीज़ साडी पिंड तो बाहर ना जाती। पिंड के लोगों को सारिਆਂ ਨੂੰ ਖਵਾਲਦੇ, ਉਹਨਾਂ ਕੋਲੋਂ ਕੰਮ ਲੈਂਦੇ भी दातरियां चुक्को ते वाढी करिए ते आपां धड़ा लाइए ते अडाइए तंगलियां नाल, उही काम ते आ जांदे ते 2 साल बैठे रहंदे ते जे पैरी ना पै के जांदे हो बंदे पे तां कम्मे सारा गर्क हो गया इन्हां दा। उन्हीं पहले तुहानूं फसाता लिमटा च कर्जे दे के, क्योंकि तुसीं पढ़े नहीं ज़्यादा, तुहाडे पढ़िया वर्ग बहुत घट है, वो तुहानूं फसा दिता लिमटां दियां विच, उहदे च हुण तुसीं फसे पए। वो लिमटा भी असीं तार देनियां सी, एडी कोई गल नहीं सी। थोड़े आपां इकट्ठे हो जाते, सिख बाहर दे सिख भी साडे नाल हम ते जुड़दे ते असीं लिमटा साडे वास्ते कोई वड्डियां नहीं। सो गुरु पातशाह रहमत करन हुण जिहड़ा मोर्चा चलदा उहदा साडे इलाके दे तुसीं लोग बैठे हो 25-30 पिंडां नाल इन्नी राबता रखिया होया तां कि जे हुण काम शुरू कीता है तो भाई हुण जिद्दां दा भी चल पिया सानूं उसे हालत चलना पैना। ये भी मैं इन्हां नूं भी बेनती करूँगा भी जिन्ना चिर इन्हें इत्थे सिटिंग लैनी है 2-2 घंटे की लैंदे 4-4 घंटे की लैंदे है, ये जपजी साहब दे मूल मंत्र दे जाप इन्हां दा भी भला है, बैठण दा वधिया तरीका भी है। पोथी खोल लैण प्रकाश करन, जिवें इत्थे डेरे कथा चलदी सी उदां छोटी छोटी कथा करन, सिख इतिहास दीयां साखियां होण, चलो ढाडियां दीयां 12 ला लैण, मैनूं कोई दुख नहीं, पर ये नहीं भी अखबारें पढ़ी जाण ते मोबाइलों के टिकू टिकू टी करी जान जां होरे आपो जी एक दूजे दियां चुगलियां करी जान, एक दूजे की विरोधता दीयां गल्लां करी जान। ये नहीं, ये टाइम है, इनू टाइम सही तरीके नाल वरतन ते गुरु पातशाह ते विश्वास रखिए। गुरु पातशाह साडे नगरां साडी कौम साडे देश विच चढ़दी कला दा जीवन बतीत करे, उहदे च हसी अरदास ही करनी हुंदी है, काम सारे लैणे है ते तगड़े होके लगो। 2 दसंबर नूं इत्थे बजुर्गवाल अच्छा मुश्किल थोड़े लागे बजुर्गवाल पिंड जोड़ा अमृत संचार हो रहा, मेरा कहण तो मैं वो आखिरी गल साझी करे लेना समाप्ति तो पहला। मैं एक संदेश है जथे वालों आप जी के चरणों च हुंदा, पीवो पाहुल खंडे तार होए जन्म। हुण जन्म सहेले बारे मैं आप जी के चरणों च बेनती करनी, जेड़े घर च नशा नहीं होएगा, जेड़े घर च ठगी ठोरी की कमाई नहीं आएगी, जेड़े घर च झूठ नहीं होएगा, जेड़े घर च 2 टाइम का नितनेम होएगा ते नाल नाल आएगे सिख साधी जिद्दां भी हो सके माड़ी मोटी सेवा होएगी, होर किते ना धक्के खाऊगा ते इस ऐसा घर जिथे सारे बाणी ते इहदे नाल जुड़नगे, उस घर का जन्म अपने आप ही की हो जाएगा, सहेला होएगा।
कदे भी किसी का बुरा नहीं करना, किसी के घरे तबीयत नहीं सुट्टना, किसी खून के छट्टे नहीं पाने। ये बहुत लोग गर्म होए पे ने ऐसे, उन्होंने एको तरीका बाणी है, जे तुसी बाणी की झार रख लोगे ये चीज़ां उन्होंने घर वापस चले जाएंगे, थोड़े ते कोई असर नहीं पाएंगे। तगड़े हो गए लड़ फड़ो। इस अगली बेनती है कि होए जन्म से बाहो बाहो गोबिंद सिंह। ये भी मैं बेनती करदा भी हिंदुआं दा जनेऊ, मुसलमानों की सुनत, ईसाइयां दा धर्म च रल नूं पानी च गोता, ते सिखां दा हैगा पीवो पौहल, 5 प्यारिਆਂ तो पौल छकनी है। कल्ले दे कल्ले तो नाम नहीं लेना। अज ने जा रहे इत्थे बैठे ने 2-2 2.5 किले बना के गुरुद्वारे, कोई अपने ना किसी ना कोई अपना नाम रख लिया, किसी ना कोई नाम रख लिया। वो मैं टॉपिक छड्डना हजे साझा नहीं किया। सानू गुरु गोबिंद सिंह कह गए ने, सब सिखन को हुक्म है गुरु मानियो। चाहे अमरीका च अभी बैठे हैं, चाहे अभी पाकिस्तान च बैठे हैं, साडा गुरु जो है तो केवल शब्द गुरु श्री गुरु ग्रंथ साहब धारण किवें करना, वो विधि है पीवो पौहल खंडे धार। वो 5 प्यारे साइड ते हो जाएंगे। सानू कह देंगे अज तो थोड़ा गुरु श्री गुरु ग्रंथ साहब, धर्म का प्यो गुरु गोबिंद सिंह, माता माता साहब कौर, जन्म थोड़ा केसगढ़ का, पिंड थोड़ा आनंदपुर साहब, तुसी सारे भाई बने हो। भाई बुढ़ा, भाई गुरदास, भाई मनी सिंह, भाई तारू सिंह, भाई दीप सिंह, ये सारे भाई बने। अगली बेनती है कि पीवो पौहल खंडे धार होए बाहो बाहो गोबिंद सिंह। ये पहला पैगंबर है जिहड़ा गुरु भी बनया ते चेला भी बनया। अज तक कोई गुरु गुरु रहा ते चेला चेला रहा। नानक पहली बार लैण दे पैरां ते मत्था टेकण लगे। अज तो पहला किसी पैगंबर ने अपने चेले दे पैरां ते मत्था टेकू दा अपनी रूह नहीं फूकी। ये तुहाडे खूबी है। इसे तरीके नाल गुरु गोबिंद सिंह 5 प्यारिਆਂ ਦੇ ਅੱਗੇ याचना करते हैं भी मैनू भी गोबिंद राय तो गोबिंद सिंह तैयार करो, तो उन्होंने पौड़ सिखाई जाती है। यह है आपे गुर पे चेला, रहनी रहे मेरा सिख ते गुरु का रिश्ता उहदे नाल रहेगा जिहड़ा मेरे ने बचनों की पालना करेगा। फिर उन्होंने मैं कितना समझूंगा, वो साहिब मैं उसका, मैं उसका दास होऊंगा, वो मेरा अफसर होगा। मैं इन्ना निम्रता किसी पैगंबर विच नहीं तुसीं देख सकते जिन्नी नानक विच निम्रता है। अज दे बाबे च भी इन्नी कोई निम्रता नहीं होगी। बाबा है नहीं हो सकता। सानू परखण वाली अख सी कसबट्टी, साडे कोल गुरबाणी, इनू असीं छड्ड दित्ता। सानू हिंदुआं दे लखां गुरु हो सकते हैं, करोड़ां भी हो सकते हैं, पर सिखां दा गुरु जे सारी दुनिया च होएगा तो केवल श्री गुरु ग्रंथ साहब होएगा। पहला ग्रंथ है जिहड़ा गुरु पदवी नूं प्राप्त होया होया इस धरती ते। यह है रहत बिना न सिख कहावा, जिहड़ा मेरी रहत विच नहीं दसी कानूनां दी पालना नहीं करूगा, उहदा मेरा गुरु तो सिख दा रिश्ता नहीं होएगा। रहत बिना दर चोटां खावे, मरण तो बाद मैं उहदी रूह दी कोई खुलासे नहीं करा सकूंगा। जिन्नी मर्जी अरदासां करी जाओ, वो पहला जींदे जी दीक्षित हो गए, मेरे बचनों की पालना करे तो मेरी जिम्मेवारी है, मैं उन्होंने अगे छड़ाऊंगा। रहत बिना दर चोटां खावे, सतगुर बाजो श्री गुरु ग्रंथ साहब तो बिना सिखा का कोई गुरु नहीं। तो नगोरे का है ना बुरा, जिहड़ा बंदा गुरमंत्रहीन सप्राणी है, तरगंत जन्म भ्रिष्टन है उहदा। इस करके इन्नियां बेनतियां करो प्रवान। ते हुण अगला कीर्तन सुन के जाना। ते दास कोलों इन्नी क आप जी की सेवा निभांदिया होया किसी नौजवान बच्चे नूं, किसी मेरी धी नूं, किसी मेरी मां नूं, बजुर्ग नूं, मेरे भरा नूं मेरी किसी गल तो एलर्जी होई होए, ते मैं दोए हथ जोड़ के सारी संगत तो खिमा दा जज के आप जी का गरीब जिहा दास है। ਤੇ ਜੇ ਕੋਈ ਤੁਹਾਡੀ ਕੌਮ ਦਾ ਦੁੱਖ ਹੈ ਤੇ ਮੋਰਚੇ ਨਾਲ ਤੁਸੀਂ ਸਮੀਲ ਬਾਰੇ ਆਪ ਜੀ ਨੂੰ ਬੇਨਤੀ ਕੀਤੀ ਹੈ, ਤੇ ਜਿੰਨਾ ਵੀ ਤੁਹਾਡੇ ਕੋਲ ਯੋਗਦਾਨ ਹੈ। 3 ਕਿਸਮ ਦੀ ਸੇਵਾ ਹੁੰਦੀ ਹੈ, ਇੱਕ ਤਨ ਦੀ ਹੁੰਦੀ ਹੈ, ਇੱਕ ਮਨ ਦੀ ਹੁੰਦੀ ਹੈ, ਇੱਕ ਧਨ ਦੀ ਹੁੰਦੀ ਹੈ। ਸੇਵਾ 3 ਕਿਸਮ ਦੀ ਹੁੰਦੀ। ਜਿਹਦੇ ਕੋਲ ਧਨ ਨਹੀਂ ਹੈ ਉਹ ਤਨ ਦੀ ਸੇਵਾ ਨਿਭਾ ਸਕਦਾ, ਇੱਥੇ ਆ ਕੇ ਬੈਠ ਸਕਦਾ। ਕਿਸੇ ਨੇ ਥੋੜਾ ਬਹੁਤ ਧਨ ਦੀ ਮਦਦ ਕਰ ਦਿੱਤੀ, ਕਿਸੇ ਨੇ ਮਨ ਤੇ ਧਨ ਦੀ, किसी मन की सेवा की है। जे तुसी पिंड विच बैठे हो तो तुसी पिंड विच अरदास करनी है भी गुरु पातशाह मोर्चा साडे हक च हो जाए। ये होगी मन की सेवा, एक तन की सेवा, एक होगी धन की सेवा। तो जे तुसी कर सकते तिन्ने भी कर सकते हैं। तन की भी सेवा कर सकते हैं, मन की भी कर सकते हैं, धन की भी कर सकते हैं। सो सेवा की हुई गुरु पातशाह प्रवान करते हैं। बिन सेवा त्रिग हथ पैर होर ने फल करनी। सो इन्नियां बेनतियां प्रवान करते हो। दास नूं खिमा करना जे तुहानूं कोई गल चंगी नहीं लगी तो मैं मूर्ख हाँ, आप जी का बच्चा हाँ, तो मैं जरूर आप जी तो आस रखदा। तुसीं बड़े विशाल हिरदे वाले हो, तुसीं मेरे वर्गे मूर्ख नूं जरूर माफ़ करोगे। जे तुसीं मैनूं माफ़ करोगे तो परमात्मा भी तुहाडा कोई ना कोई गुनाह जरूर माफ़ कर देगा। ये उहदे च गुण हुंदा, जैसा बीजै तैसा लुणे वाले खेत हुंदे ने। माफ़ करन दी आदत पाओ, विरोधता करन दी आदत तो पिछे हटीए। गुरु पातशाह रहमत करने ते प्यार बनिया रहे। ऐदां ही मोर्चे दे वीर भी सहयोगी नाल चलदे रहन।
ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ। ਹੁਣ ਫਤਿਹ ਬੁਲਾਓ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਅਤੀ ਸਤਿਕਾਰਯੋਗ ਇਸ ਇਲਾਕੇ ਦੀ ਮਹਾਨ ਹਸਤੀ ਡਾਕਟਰ ਸਾਹਿਬ ਜੀ ਉਹਨਾਂ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਵਾਈ। ਜਥੇ ਤੋਂ ਮੈਂ 2 ਮਿੰਟ ਦੀ